ਆਯੁਰਵੈਦਿਕ ਪੈਥੀ ਸਾਡੀ ਬਹੁਤ ਹੀ ਪ੍ਰਾਚੀਨ ਪੈਥੀ ਹੈ। ਸਾਡੇ ਰਿਸ਼ੀਆਂ ਮੁਨੀਆਂ ਦੀ ਦੇਣ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਆਯੁਰਵੈਦਿਕ ਦੇ ਟ੍ਰੈਂਡ ਵੀ ਬਹੁਤ ਜ਼ਿਆਦਾ ਹੋ ਗਿਆ। ਲੋਕ ਬਹੁਤ ਹੀ ਆਕਰਸ਼ਿਤ ਹੋਣ ਲੱਗ ਗਏ ਆਯੁਰਵੈਦਾ ਵੱਲ, ਸਪੈਸ਼ਲੀ ਕਰੋਨਾ ਕਾਲ, ਕੋਵਿਡ ਕਾਲ ਤੋਂ ਬਾਅਦ ਦੀ ਗੱਲ ਕਰੀਏ। ਜਿੰਨਾ ਹੀ ਪੁਰਾਣਾ ਇਨਸਾਨ ਦਾ ਇਸ ਧਰਤੀ ਤੇ ਆਉਣਾ ਹੈ, ਉਨਾ ਹੀ ਪੁਰਾਣਾ ਆਯੁਰਵੇਦ ਹੈ। ਤਾਂ ਉਹਦੇ ਨਾਲ ਫਿਰ ਆਯੁਰਵੇਦ ਹੌਲੀ ਹੌਲੀ ਗਰੋ ਹੋਇਆ। ਜਿਉਂ-ਜਿਉਂ ਸੂਝ ਸਮਝ ਵਧੀ ਤੇ ਸਿਆਣੇ ਲੋਕਾਂ ਨੇ, ਰਿਸ਼ੀਆਂ ਮੁਨੀਆਂ ਨੇ ਇਹਦੇ 'ਤੇ ਚਿੰਤਨ ਮਨਨ ਕੀਤਾ ਔਰ ਇੱਕ ਐਸੀ ਫਿਲੋਸਫੀ, ਇੱਕ ਪੱਧਤੀ ਦੁਨੀਆ ਨੂੰ ਦਿੱਤੀ ਜਿਹਨੂੰ ਇਹ ਕਿਹਾ ਗਿਆ ਕਿ ਇਹ ਯੂਨੀਵਰਸਲ ਇੱਕ ਮੈਸੇਜ ਹੈ ਸਵਸਥ ਰਹਿਣ ਵਾਸਤੇ। ਅਤੇ ਜਿਵੇਂ ਆਯੁਰਵੈਦ ਦੀ ਗੱਲ ਕਰੀਏ ਤਾਂ ਇਹ ਨੋਰਮਲੀ ਜਿਹੜੇ ਜਿਵੇਂ ਵੈਦ ਕਹਿੰਦੇ ਆ ਤਾਂ ਉਹ ਬੜੇ ਨਬਜ਼ ਦੇਖ ਕੇ ਪੂਰਾ ਦੇਖਦੇ ਨੇ ਕਿ ਕਿੱਥੇ ਪ੍ਰੋਬਲਮ ਹੈ, ਇਹ ਕੀ ਨਬਜ਼ ਤੋਂ ਪਤਾ ਲੱਗਦਾ ਹੈ। ਪਰ ਜਿਵੇਂ ਪਿੱਛੇ 2 ਸਾਲ ਪਹਿਲੇ ਬੜਾ ਇੱਕ ਮਾੜਾ ਪੀਰੀਅਡ ਆਇਆ ਕੋਵਿਡ ਦਾ, ਅਤੇ ਉਦੋਂ ਆਯੁਰਵੈਦਿਕ ਦੀ ਹੋਰ ਪੂਰੀ ਜਿਹੜੀ ਹੈ ਕਿ ਲੋਕਾਂ ਨੂੰ ਪਤਾ ਲੱਗਿਆ, ਜਾਂ ਕਹਿ ਲਓ ਕਿ ਲੋਕ ਪ੍ਰਭਾਵਿਤ ਹੋਏ ਉਹ ਦਵਾਈਆਂ ਨਾਲ ਠੀਕ ਵੀ ਹੋਏ। ਕੀ ਮਤਲਬ ਕਹਿਣਾ ਚਾਹੁੰਦੇ ਹੋ ਕਿੰਨਾ ਕਿ ਕਾਰਾਗਾਰ ਸਿੱਧ ਹੁੰਦੀਆਂ ਨੇ ਆਯੁਰਵੈਦਿਕ ਮੈਡੀਸਨ? ਅਤੇ ਕੀ ਲਾਈਫ ਸਟਾਈਲ, ਜਿਵੇਂ ਤੁਸੀਂ ਗੱਲ ਕੀਤੀ, ਤਾਂ ਲਾਈਫ ਸਟਾਈਲ 'ਚ ਕੀ ਆਪਾਂ ਨੂੰ ਚੇਂਜਿਸ ਚਾਹੀਦੀਆਂ ਨੇ ਕਿ ਆਪਾਂ ਹੈਲਦੀ ਰਹੀਏ? ਦੇਖੋ, ਲਾਈਫ ਸਟਾਈਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ 'ਚ ਮੁਸ਼ਤਰਕਾ ਤੌਰ 'ਤੇ ਕਈ ਚੀਜ਼ਾਂ ਆ ਜਾਂਦੀਆਂ। ਜਿਸ ਤਰ੍ਹਾਂ ਸਾਡਾ ਰਿਤੂ ਚਰਿਆ, ਮੌਸਮ ਦੇ ਹਿਸਾਬ ਨਾਲ ਅਸੀਂ ਰਹਿਣਾ, ਕਿਸ ਮੌਸਮ 'ਚ ਕਿਸ ਤਰ੍ਹਾਂ ਦਾ ਖਾਣਾ ਪੀਣਾ, ਦਿਨ ਚਰਿਆ ਸਾਡੀ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਅਸੀਂ ਜੋ ਵੀ ਕਾਰਿਆਕਲਾਪ ਕਰਦੇ ਹਾਂ ਉਹਦੀ ਰੈਗੂਲੇਸ਼ਨ, ਐਂਡ ਉਸ ਤੋਂ ਵੀ ਵੱਧ ਆ ਜਾਂਦਾ ਡਾਈਟ, ਸਾਡੀ ਜਿਹੜਾ ਭੋਜਨ ਹੈ। ਅਤੇ ਆਪਣੇ ਘਰ ਵਿੱਚ ਵੀ ਬਹੁਤ ਇਹਦੀ ਚੀਜ਼ਾਂ ਨੇ ਜਿਹੜੀ ਆਯੁਰਵੈਦਿਕ ਮਤਲਬ ਮੈਡੀਸਨ ਦੇ ਤੌਰ 'ਤੇ ਵੀ ਲੈ ਕੇ ਅਸੀਂ ਬਹੁਤ ਇਮਿਊਨ ਆਪਣੇ ਬਿਲਕੁਲ ਹੈ, ਕਿਉਂ ਨਹੀਂ ਹੈ? ਕਿਉਂਕਿ ਜਿਹੜਾ ਟਰੀਟਮੈਂਟ ਹੈ ਅਸੀਂ ਇਹ ਮੰਨਦੇ ਹਾਂ ਕਿ ਸਾਡੀ ਕਿਚਨ ਸ਼ੈਲਫ ਤੋਂ ਸ਼ੁਰੂ ਹੋ ਜਾਂਦਾ ਹੈ। ਸਾਡੀਆਂ ਬਹੁਤ ਦਵਾਈਆਂ ਜਿਹਨਾਂ ਨੂੰ ਅਸੀਂ ਬੜੇ ਹਾਈ ਸਟੇਟਸ ਨਾਲ ਦਵਾਈ ਮੰਨਦੇ ਹਾਂ, ਉਹ ਸਾਡੇ ਕਿਚਨ ਸ਼ੈਲਫ 'ਚ ਪਈ ਹੁੰਦੀ ਹੈ। ਰਾਦਰ ਆਫਟਰ ਕੋਵਿਡ ਜਿਹੜੇ ਇਫੈਕਟਸ ਨੇ ਉਹਨਾਂ ਨੂੰ ਵੀ ਠੀਕ ਕਰਨ 'ਚ ਆਯੁਰਵੈਦ ਬਹੁਤ ਜ਼ਿਆਦਾ ਹੀ ਕਾਰਗਰ ਸਿੱਧ ਹੋ ਰਿਹਾ ਹੈ। ਬਿਲਕੁਲ, ਕਿਉਂਕਿ ਕੋਵਿਡ ਜਿਹੜਾ ਸੀਗਾ, ਉਹਦਾ ਜਿਹੜਾ ਵਾਇਰਸ ਜੋ ਵੀ ਸੀਗਾ, ਉਹਦੇ ਸਰੀਰ 'ਤੇ ਬਹੁਯਾਮੀ ਪ੍ਰਭਾਵ ਹੁੰਦੇ ਸੀ। ਹੁਣ ਅੱਜ ਉਸ ਕੋਵਿਡ ਦੇ ਦੌਰ ਨੂੰ ਨਿਕਲਿਆ 2 ਸਾਲ ਹੋ ਚੁੱਕੇ ਆ, ਲੇਕਿਨ ਅਜੇ ਵੀ ਪੇਸ਼ੈਂਟ ਆ ਜਾਂਦੇ ਆ ਕਿ ਸਾਨੂੰ ਕੋਵਿਡ ਹੋਇਆ ਸੀ, ਕੋਵਿਡ ਤੋਂ ਬਾਅਦ ਸਾਨੂੰ ਆਹ ਬਿਮਾਰੀ ਚੱਲੀ ਆ ਰਹੀ ਹੈ। ਹਾਰਟ ਪ੍ਰੋਬਲਮਸ ਬਹੁਤ ਜ਼ਿਆਦਾ ਹੈ, ਹਾਰਟ ਪ੍ਰੋਬਲਮ ਹੋ ਰਹੀ ਹੈ, ਜਨਰਲ ਵੀਕਨੈਸ ਆਉਂਦੀ ਹੈ, ਨਿਊਰੋਲੋਜੀਕਲ ਡੈਫੀਸੀਟ, ਲੋਕਾਂ ਦੇ ਲੰਗਸ ਦੇ ਵਿੱਚ ਪ੍ਰੋਬਲਮਸ। ਤਾਂ ਉਹ ਕੋਈ ਆਰਗਨ ਐਸਾ ਬਚਿਆ ਨਹੀਂ ਜਿੱਥੇ ਕੋਵਿਡ ਦਾ ਬੈਡ ਇਫੈਕਟ ਨਾ ਹੋਇਆ। ਬਿਲਕੁਲ। ਔਰ ਦੇਸ਼ ਦਾ ਸਭ ਤੋਂ ਪਹਿਲਾ ਆਯੁਰਵੈਦਿਕ ਕਾਲਜ ਜਿਹੜਾ ਇੰਸਟੀਟਿਊਸ਼ਨਲਾਈਜ਼, ਜਿੱਥੇ ਆਯੁਰਵੈਦ ਦੀ ਐਜੂਕੇਸ਼ਨ ਹੁੰਦੀ ਸੀਗੀ, ਉਹ ਮਹਰਸ਼ੀ ਦਇਆਨੰਦ ਦੇ ਸ਼ਿਸ਼ਿਆਂ ਨੇ ਲਾਹੌਰ ਦੇ ਵਿੱਚ ਖੋਲ੍ਹਿਆ ਸੀਗਾ। ਤਾਂ ਗੁਰੂ ਸ਼ਿਸ਼ਯ ਪਰੰਪਰਾ ਲਈ ਆਯੁਰਵੈਦ ਸਿਖਾਉਣ ਵਾਸਤੇ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਗੁਰੂਕੁਲ ਚੱਲਦੇ ਸੀਗੇ। ਲੇਕਿਨ ਅਸੀਂ ਲੋਕ ਦੇਸ਼ ਦੇ ਉਸ ਹਿੱਸੇ 'ਚ ਜੋਗ੍ਰਾਫਿਕਲੀ ਬੈਠੇ ਸੀ ਜਿੱਥੇ ਸਾਡੇ 'ਤੇ ਅਟੈਕਸ ਹੁੰਦੇ ਰਹੇ, ਸਾਡੇ ਪੋਲੀਟੀਕਲ ਇੰਸਟੇਬਿਲਿਟੀ ਹੁੰਦੀ ਰਹੀ, ਔਰ ਇਸ ਤਰ੍ਹਾਂ ਦੇ ਕਈ ਕਾਰਨ ਸੀ ਜਿਹਦੇ ਨਾਲ ਇੱਥੇ ਸਾਡਾ ਜਿਹੜਾ ਆਯੁਰਵੇਦ ਦਾ ਗਿਆਨ ਸੀਗਾ ਉਹ ਬਾਧਿਤ ਹੋ ਗਿਆ। ਆਯੁਰਵੈਦਿਕ ਪੈਥੀ ਸਾਡੀ ਬਹੁਤ ਹੀ ਪ੍ਰਾਚੀਨ ਪੈਥੀ ਹੈ। ਸਾਡੇ ਰਿਸ਼ੀਆਂ ਮੁਨੀਆਂ ਦੀ ਦੇਣ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਆਯੁਰਵੈਦਿਕ ਦੇ ਟ੍ਰੈਂਡ ਵੀ ਬਹੁਤ ਜ਼ਿਆਦਾ ਹੋ ਗਿਆ। ਲੋਕ ਬਹੁਤ ਹੀ ਆਕਰਸ਼ਿਤ ਹੋਣ ਲੱਗ ਗਏ ਆਯੁਰਵੈਦਾ ਵੱਲ, ਸਪੈਸ਼ਲੀ ਕਰੋਨਾ ਕਾਲ, ਕੋਵਿਡ ਕਾਲ ਤੋਂ ਬਾਅਦ ਦੀ ਗੱਲ ਕਰੀਏ। ਇਟ ਦ ਬੈਸਟ ਟਾਈਮ ਫॉर ਐਨ ਆਯੁਰਵੈਦਿਸਟ ਟੂ ਪ੍ਰੂਵ ਹਿਜ਼ ਐਫੀਸ਼ੀਐਂਸੀ, ਐਬਿਲਿਟੀ ਐਂਡ ਅਸੈਪਟੈਂਸ। ਕਿਉਂਕਿ ਇਹ ਦੌਰ ਜੇ ਅਸੀਂ ਹੁਣ ਮਿਸ ਕਰਤਾ ਤਾਂ ਫਿਰ ਪਤਾ ਨਹੀਂ ਕਦੇ ਦੌਰ ਕਰਦਾ ਦੁਬਾਰਾ ਆਏਗਾ। ਹੁਣ ਸਾਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ ਔਰ ਅਸੀਂ ਕਿਤੇ ਹੋਰ ਦੇਖ ਰਹੀ ਹੋਈ। ਔਰ ਇਵਨ ਵੈਸਟਰਨ ਕੰਟਰੀਜ਼ ਵੀ ਇੱਧਰ ਅਟਰੈਕਟ ਹੋ ਰਹੀਆਂ ਨੇ। ਬਿਲਕੁਲ ਅਟਰੈਕਟ ਹੋ ਗਿਆ। ਮੈਂ ਆਲਮੋਸਟ ਦੁਨੀਆ ਦੇ ਬਹੁਤ ਮੁਲਕਾਂ 'ਚ ਘੁੰਮਿਆ, ਔਰ ਜਦ ਵੀ ਮੈਂ ਕਿਤੇ ਦੱਸਦਾ ਕਿ ਮੈਂ ਆਯੁਰਵੈਦਿਸਟ ਹਾਂ ਤਾਂ ਲੋਕਾਂ ਦਾ ਇੰਟਰਸਟ ਮਿਲਣ ਵਾਸਤੇ, ਐਕਸਪਲੋਰ ਕਰਨ ਵਾਸਤੇ, ਉਹਨਾਂ ਦੇ ਚਿਹਰੇ 'ਤੇ ਜਿਹੜੇ ਭਾਵ ਆਉਂਦੇ ਆ ਉਹ ਮੈਂ ਦੇਖ ਰਿਹਾ ਹੁੰਦਾ। ਇਟ ਗਿਵਸ ਯੂ ਏ great joy to see such things. ਤਾਂ ਅੱਜ ਆਯੁਰਵੈਦਿਕ ਪੈਥੀ ਕੀ ਚੀਜ਼ ਹੈ, ਕਿਵੇਂ ਮੈਡੀਸਨ ਲੈਣੀ ਚਾਹੀਦੀ ਹੈ, ਕੀ ਸਾਵਧਾਨੀਆਂ ਵਰਤਣੀ ਚਾਹੀਦੀਆਂ ਨੇ, ਆਯੁਰਵੈਦਿਕ ਹੈ ਕੀ ਚੀਜ਼, ਉਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਆਰ ਵਾਤਸਾਇਨ, ਔਰ ਜੋ ਕਿ ਪਿਛਲੇ 47 ਈਅਰਸ ਤੋਂ 47 ਸਾਲਾਂ ਤੋਂ ਆਯੁਰਵੈਦਿਕ ਦੀ ਪ੍ਰੈਕਟਿਸ ਕਰ ਰਹੇ ਨੇ। ਡਾਕਟਰ ਸਾਹਿਬ, ਸਵਾਗਤ ਤੁਹਾਡਾ। ਡਾਕਟਰ ਸਾਹਿਬ, ਜਿਵੇਂ ਮੈਂ ਦਰਸ਼ਕਾਂ ਨੂੰ ਪਹਿਲੇ ਦੱਸਿਆ ਕਿ ਇੱਕ ਆਯੁਰਵੈਦਿਕ ਦਾ ਜਿਵੇਂ ਕਹਿ ਲਓ ਨਾ ਕਿ ਹੁਣ ਟ੍ਰੈਂਡ, ਜਾਂ ਕਹਿ ਲਓ ਕਿ ਲੋਕ ਆਕਰਸ਼ਿਤ ਹੋਣ ਲੱਗ ਗਏ, ਖਿੱਚ ਪੈਣ ਲੱਗ ਗਈ ਆਯੁਰਵੈਦਿਕ ਦੀ। ਕੀ ਚੀਜ਼ ਹੈ ਆਯੁਰਵੈਦਾ? ਦੇਖੋ ਮੈਡਮ, ਐਸਾ ਹੈ ਕਿ ਦੁਨੀਆ ਦੀ ਹਰੇਕ ਸੱਭਿਅਤਾ, ਸੰਸਕ੍ਰਿਤੀ ਜਿਹੜੀ ਹੈਗੀ ਹੈ, ਉਹਦੀ ਆਪਣੀ ਆਪਣੀ ਚਿਕਿਤਸਾ ਪੱਧਤੀਆਂ ਹੈਗੀਆਂ। ਚਾਈਨੀਜ਼ ਹੈ, ਉਹਨਾਂ ਦੀ ਆਪਣੀ ਚਿਕਿਤਸਾ ਪੱਧਤੀ ਹੈ।
ਯੂਨਾਨੀ ਵਾਲੇ ਦੀ ਆਪਣੀ ਹੈ, ਪੁਰਾਣੀ ਜਿਹੜੀ ਸੱਭਿਅਤਾ ਸੀਗੀਆਂ ਉਹਨਾਂ ਦੀ ਆਪਣੀ ਆਪਣੀ ਇੱਕ ਇਵੋਲਵ ਹੋ ਕੇ ਇੱਕ ਚੀਜ਼ ਬਣੀ ਸੀ। ਸਾਡੇ ਹਿੰਦੁਸਤਾਨੀਆਂ ਨੇ ਦੁਨੀਆ ਨੂੰ ਜਿਹੜਾ ਆਯੁਰਵੇਦ ਦਾ ਗਿਆਨ ਦਿੱਤਾ, ਔਰ ਅਸੀਂ ਲੋਕ ਇਹ ਮੰਨਦੇ ਹਾਂ ਕਿ ਜਦੋਂ ਇਨਸਾਨ ਇਸ ਧਰਤੀ 'ਤੇ ਉਹਦੀ ਐਵੋਲਿਊਸ਼ਨ ਹੋਈ ਤਾਂ ਸਭ ਤੋਂ ਪਹਿਲਾਂ ਉਹਨੇ ਕੀ ਦੇਖਿਆ, ਕੀ ਅਨੁਭਵ ਕੀਤਾ, ਉਹ ਇਹੀ ਸੀਗਾ ਕਿ ਮੈਂ ਸਵਸਥ ਕਿੱਦਾਂ ਰਹਿਣਾ। ਤਾਂ ਉਹਦੇ ਜਿੰਨਾ ਹੀ ਪੁਰਾਣਾ ਇਨਸਾਨ ਦਾ ਇਸ ਧਰਤੀ 'ਤੇ ਆਉਣਾ ਹੈ, ਉਨਾ ਹੀ ਪੁਰਾਣਾ ਆਯੁਰਵੇਦ ਹੈ। ਤਾਂ ਉਹਦੇ ਨਾਲ ਫਿਰ ਆਯੁਰਵੇਦ ਹੌਲੀ ਹੌਲੀ ਗਰੋ ਹੋਇਆ, ਜਿਉਂ-ਜਿਉਂ ਸੂਝ ਸਮਝ ਵਧੀ ਤੇ ਸਿਆਣੇ ਲੋਕਾਂ ਨੇ, ਰਿਸ਼ੀਆਂ ਮੁਨੀਆਂ ਨੇ ਇਹਦੇ 'ਤੇ ਚਿੰਤਨ ਮਨਨ ਕੀਤਾ, ਔਰ ਇੱਕ ਐਸੀ ਫਿਲਾਸਫੀ, ਇੱਕ ਪੱਧਤੀ ਦੁਨੀਆ ਨੂੰ ਦਿੱਤੀ ਜਿਹਨੂੰ ਇਹ ਕਿਹਾ ਗਿਆ ਕਿ ਇਹ ਯੂਨੀਵਰਸਲ ਇੱਕ ਮੈਸੇਜ ਹੈ ਸਵਸਥ ਰਹਿਣ ਵਾਸਤੇ। ਤਾਂ ਸਾਡੇ ਦੇਸ਼ ਦੀ ਇਹ ਆਪਣੀ ਚਿਕਿਤਸਾ ਪੱਧਤੀ ਹੈ, ਔਰ ਦੁਨੀਆ ਦੀ ਸਭ ਤੋਂ ਪੁਰਾਣੀ ਇਹ ਚਿਕਿਤਸਾ ਜਿਹੜੀ ਆ ਕਿ ਆਯੁਰਵੈਦਿਕ ਜਿਹੜੀ ਜੜੀ ਬੂਟੀਆਂ ਨੇ ਉਹ ਬਹੁਤ ਹੀ ਇਫੈਕਟਿਵ ਨੇ, ਬਹੁਤ ਵਧੀਆ ਕਾਰਾਗਰ ਸਿੱਧ ਹੁੰਦੀਆਂ। ਹਾਂ, ਇਹ ਮੰਨਿਆ ਜਾਂਦਾ ਕਿ ਜਿਸ ਦੇਸ਼ ਪ੍ਰਦੇਸ਼ ਤੁਸੀਂ ਰਹਿੰਦੇ ਹੋ, ਉੱਥੇ ਦੇਸ਼ ਪ੍ਰਦੇਸ਼ ਉਸ ਜਗ੍ਹਾ ਦੇ ਆਸ-ਪਾਸ ਉੱਗਣ ਵਾਲੀਆਂ ਜਿਹੜੀਆਂ ਜੜੀਆਂ ਬੂਟੀਆਂ ਹੈ, ਉਹਨਾਂ 'ਚ ਇਸ ਤਰ੍ਹਾਂ ਦੇ ਪ੍ਰਕਿਰਤਿਕ ਗੁਣ ਹੈ ਜਿਹੜੇ ਕਿ ਤੁਹਾਨੂੰ ਸਿਹਤ ਨੂੰ ਠੀਕ ਵੀ ਰੱਖ ਸਕਦੇ ਆ, ਤੁਹਾਡੀ ਬਿਮਾਰੀ ਆ ਉਹਨੂੰ ਵੀ ਦੂਰ ਰੱਖ ਸਕਦੇ। ਤੇ ਜਿਵੇਂ ਆਯੁਰਵੈਦ ਦੀ ਗੱਲ ਕਰੀਏ ਤਾਂ ਇਹ ਨੋਰਮਲੀ ਜਿਹੜੇ ਜਿਵੇਂ ਵੈਦ ਕਹਿੰਦੇ ਆ ਤਾਂ ਉਹ ਬੜੀ ਨਬਜ਼ ਦੇਖ ਕੇ ਪੂਰਾ ਦੇਖਦੇ ਨੇ ਕਿ ਕਿੱਥੇ ਪ੍ਰੋਬਲਮ ਹੈ। ਇਹ ਕੀ ਨਬਜ਼ ਤੋਂ ਪਤਾ ਲੱਗਦਾ ਹੈ? ਦੇਖੋ, ਜਿਹੜਾ ਵੈਦਯ ਲਫ਼ਜ਼ ਹੈ ਨਾ, ਆਪਾਂ ਪੰਜਾਬੀ 'ਚ ਉਹਨੂੰ ਵੈਦ ਕਹਿ ਲਈਏ, ਵੈਦਯ ਦਾ ਸਹੀ ਮਾਨੇ ਇੱਕ ਵਿਸਤ੍ਰਿਤ ਲਫ਼ਜ਼ ਹੈ। ਇਹਦਾ ਮਤਲਬ ਹੈ ਵੀ ਕੋਈ ਬੰਦਾ ਜਿਹੜਾ ਨੌਲੇਜੇਬਲ ਹੈ, ਜਿਹਨੇ ਪ੍ਰੈਕਟੀਕਲ ਟ੍ਰੇਨਿੰਗ ਲਿੱਤੀ ਹੋਈ ਹੈ, ਔਰ ਜਿਹੜਾ ਸਰੀਰ ਤੋਂ ਮਨ ਤੋਂ ਪਵਿੱਤਰ ਹੈ, ਔਰ ਜਿਹਦੇ ਕੋਲ ਸਟੇਟ ਸੈਂਕਸ਼ਨ ਹੈ, ਹੀ ਇਜ਼ ਰਜਿਸਟਰਡ ਵਿਦ ਦਾ ਗਵਰਨਮੈਂਟ ਲਾਇਸੈਂਸਡ ਹੈ, ਉਹਨੂੰ ਵੈਦਯ ਕਿਹਾ ਜਾਂਦਾ ਹੈ। ਤੋ ਆਯੁਰਵੇਦ ਦੇ ਵਿੱਚ ਡਾਇਗਨੋਸਟਿਕ ਦੇ ਆਪਣੇ ਮੈਥਡ ਹੈ, ਔਰ ਉਹ ਹੀ ਮੈਥਡ ਅੱਗੇ ਚੱਲ ਕੇ ਮਾਡਰਨ ਸਿਸਟਮ ਦੇ ਵਿੱਚ ਜਾ ਕੇ ਕਨਵਰਟ ਹੋ ਕੇ ਦੂਸਰੇ ਤਰੀਕੇ ਨਾਲ ਸਾਡੇ ਸਾਹਮਣੇ ਆਏ। ਜਿਹੜੀ ਤੁਸੀਂ ਨਬਜ਼ ਦੀ ਗੱਲ ਕੀਤੀ ਹੈ, ਕਿਉਂਕਿ ਆਯੁਰਵੇਦ ਦੀ ਜਿਹੜੀ ਬੇਸਿਕ ਥਿਊਰੀ ਹੈ ਉਹ ਪੰਚ ਮਹਾਭੂਤ ਔਰ ਵਾਤ ਪਿੱਤ ਕਫ ਦੀ ਤ੍ਰਿਦੋਸ਼ ਦੀ ਥਿਊਰੀ ਹੈ, ਔਰ ਅਸੀਂ ਇਹ ਮੰਨਦੇ ਹਾਂ ਕਿ 3 ਜਿਹੜੇ ਦੋਸ਼ ਹੈ, ਜਿਹਦਾ ਵਾਤ ਉਹ ਸਾਡੇ ਬਾਡੀ ਦੇ ਨਰਵਸ ਸਿਸਟਮ ਔਰ ਮੂਵਮੈਂਟ ਨਾਲ, એનર્ਜੀ ਨਾਲ ਤਾਲੁਕ ਰੱਖਦੀ ਹੈ, ਪਿੱਤ ਸਾਡੇ ਮੈਟਾਬੋਲਿਜ਼ਮ ਨਾਲ ਤਾਲੁਕ ਰੱਖਦਾ ਹੈ, ਔਰ ਕਫ ਜਿਹੜਾ ਹੈ ਸਾਡੀ ਬਾਡੀ ਦੇ ਸਟਰਕਚਰਲ ਜਿਹੜਾ ਐਲੀਮੈਂਟ ਹੈ ਉਹਦੇ ਨਾਲ ਤਾਲੁਕ ਰੱਖਦਾ ਹੈ। ਇਹ ਨਬਜ਼ ਦੇਖ ਕੇ ਪਤਾ ਲੱਗ ਜਾਂਦਾ ਕਿ ਨਬਜ਼ ਦੇਖ ਕੇ ਜੋ ਬੁੱਕਸ ਮੈਂਸ਼ਨਡ ਹੈ ਉਹ ਇਹੀ ਹੈ ਕਿ ਤੁਹਾਡਾ ਕਿਹੜਾ ਦੋਸ਼ ਵਿਕਰਿਤ ਹੋ ਗਿਆ, ਉਹਦੇ ਨਾਲ ਤੁਸੀਂ ਬਿਮਾਰੀਆਂ ਦਾ ਡਾਇਗਨੋਸਿਸ ਕਰ ਸਕਦੇ ਹੋ। ਲੇਕਿਨ ਗ੍ਰੰਥਾਂ ਦੇ ਵਿੱਚ ਜੋ ਇਹਦੇ ਨਬਜ਼ ਦੇਖਣ ਬਾਰੇ ਨਾੜੀ ਪ੍ਰੀਖਿਆ ਵਾਸਤੇ ਲਿਖਿਆ ਗਿਆ, ਉਹ ਬੇਸਿਕ ਲਿਖਿਆ ਗਿਆ। ਉਸ ਤੋਂ ਬਾਅਦ ਜੋ ਵੀ ਆਪਾਂ ਸੁਣਦੇ ਹਾਂ ਕਿ ਹਾਂ ਫਲਾਣੇ ਵੈਦ ਜੀ ਨਬਜ਼ ਦੇਖ ਕੇ ਬਿਮਾਰੀ ਬਤਾ ਦਿੰਦੇ ਆ, ਦੱਸ ਦਿੰਦੇ ਆ, ਉਹ ਪਰਸਨਲ ਅਭਿਆਸ ਦੀ ਚੀਜ਼ ਹੈ ਜੀ। ਤੇ ਹੁਣ ਸ਼ਾਇਦ ਉਹ ਜਿਹੜੇ ਡਾਕਟਰਸ ਜਿਹੜੇ ਆ ਨਾ ਉਹ ਲੁਪਤ ਹੋ ਰਹੇ ਨੇ। ਹਾਂਜੀ, ਅਨਫੋਰਚੂਨੇਟਲੀ ਵਿੱਚ ਐਸਾ ਦੌਰ ਆਇਆ ਜਦੋਂ ਸਾਡੇ ਸਿਸਟਮ ਨੂੰ ਬਹੁਤ ਸੈਟਬੈਕ ਪਹੁੰਚਿਆ, ਤੇ ਜਿਨ੍ਹਾਂ ਨੂੰ ਇਹ ਨੌਲੇਜ ਸੀਗੀ ਉਹ ਨੌਲੇਜ ਸਹੀ ਤਰੀਕੇ ਨਾਲ ਅੱਗੇ ਪਾਸ ਔਨ ਨਹੀਂ ਹੋਈ, ਤਾਂ ਇਹ ਕਈ ਕਮੀਆਂ ਰਹਿ ਗਈਆਂ, ਜਿਸ ਕਰਕੇ ਕਈ ਚੀਜ਼ਾਂ ਲੁਪਤ ਹੋ ਗਈਆਂ, ਕਈ ਬਚ ਗਈਆਂ। ਤਾਂ ਜੋ ਕੁਛ ਵੀ ਹੁਣ ਸਾਡੇ ਕੋਲ ਹੈ ਉਹ ਅਸੀਂ ਪਰ ਜਿਵੇਂ ਪਿੱਛੇ 2 ਸਾਲ ਪਹਿਲੇ ਬੜਾ ਇੱਕ ਮਾੜਾ ਪੀਰੀਅਡ ਆਇਆ ਕੋਵਿਡ ਦਾ, ਤੇ ਉਦੋਂ ਆਯੁਰਵੈਦਿਕ ਦੀ ਹੋਰ ਪੂਰੀ ਜਿਹੜੀ ਹੈ ਕਿ ਲੋਕਾਂ ਨੂੰ ਪਤਾ ਲੱਗਿਆ, ਜਾਂ ਕਹਿ ਲਓ ਕਿ ਲੋਕ ਪ੍ਰਭਾਵਿਤ ਹੋਏ ਔਰ ਦਵਾਈਆਂ ਨਾਲ ਠੀਕ ਵੀ ਹੋਏ। ਕੀ ਮਤਲਬ ਕਹਿਣਾ ਚਾਹੁੰਦੇ ਹੋ, ਕਿੰਨੇ ਕੁ ਕਾਰਾਗਰ ਸਿੱਧ ਹੁੰਦੀਆਂ ਨੇ ਆਯੁਰਵੈਦਿਕ ਮੈਡੀਸਨ? ਦੇਖੋ, ਇਸ ਵੇਲੇ ਸਾਡੇ ਦੇਸ਼ 'ਚ ਜਿਹੜਾ ਮੇਨ ਸਟਰੀਮ ਸਿਸਟਮ ਹੈ ਉਹ ਐਲੋਪੈਥੀ ਹੈ, ਇਹ ਸਾਨੂੰ ਮੰਨਣ 'ਚ ਕੋਈ ਹਰਜ਼ ਨਹੀਂ ਹੈ ਜੀ। ਅਸੀਂ ਆਯੁਰਵੇਦ ਵਾਲੇ ਜਾਂ ਹੋਮਿਓਪੈਥੀ ਵਾਲੇ ਵੀ ਆਰ ਕਾਊਂਟਡ ਅੰਡਰ ਆਲਟਰਨੇਟ ਸਿਸਟਮ, ਜਿਹੜੇ ਸੈਕੰਡ ਲਾਈਨ ਆਫ ਜਿਹੜੇ ਸਿਸਟਮ ਉਹਨਾਂ ਚਾਹੁੰਦੇ ਹੈਗੇ ਆ। ਕਿਸੇ ਵੀ ਬਿਮਾਰੀ ਦੇ 2 ਰੂਪ ਹੁੰਦੇ ਆ, ਇੱਕ ਤਾਂ ਐਮਰਜੈਂਸੀ ਦਾ ਜਿਹੜਾ ਐਸਪੈਕਟ ਹੈ ਇਮੀਡੀਏਟ ਰਿਲੀਫ ਵਾਲਾ, ਔਰ ਦੂਸਰਾ ਬਿਮਾਰੀ ਜਦ ਸਬ ਐਕਿਊਟ ਜਾਂ ਕ੍ਰੋਨਿਕ ਸਟੇਜ ਚਲੇ ਜਾਂਦੀ ਹੈ ਉਸ ਵੇਲੇ ਵਾਲਾ। ਆਯੁਰਵੇਦ ਦੇ ਵਿੱਚ ਬਹੁਤ ਬਿਮਾਰੀਆਂ ਦਾ ਐਕਿਊਟ ਅਵਸਥਾ 'ਚ ਅੱਛਾ ਟ੍ਰੀਟਮੈਂਟ ਹੈ, ਕ੍ਰੋਨਿਕ ਸਬ ਕ੍ਰੋਨਿਕ ਸਟੇਜ 'ਚ ਅਸੀਂ ਮਰੀਜ਼ ਡੀਲ ਕਰਦੇ ਹਾਂ। ਲੇਕਿਨ ਐਮਰਜੈਂਸੀ ਜਦੋਂ ਹੈ ਉਦੋਂ ਐਲੋਪੈਥੀ ਨੂੰ ਮੈਂ ਇਸ ਚੀਜ਼ ਦਾ ਟ੍ਰਿਬਿਊਟ ਦਊਂਗਾ ਕਿ ਉਹਨਾਂ ਨੇ ਰਿਸਰਚ ਬਹੁਤ ਜ਼ਿਆਦਾ ਹੋਈ ਹੈ, ਐਂਡ ਵਿਦ ਦਾ ਐਡਵੈਂਟ ਆਫ ਐਂਟੀਬਾਇਓਟਿਕਸ ਐਂਡ ਇਮਿਊਨਾਈਜੇਸ਼ਨ
ਉਹਨਾਂ ਨੇ ਪਰਸਨ ਨੂੰ ਸੇਵ ਕਰ ਜਿਹੜਾ ਸਕਦੇ ਸਾਨੂੰ ਪਰਸਨ ਨੂੰ ਸੇਵ ਕੀਤਾ ਔਰ ਸਾਡਾ ਹੈਲਥ ਸਿਨੈਰੀਓ ਪਿਛਲੇ 1.5-2 ਸਾਲ 'ਚ ਬਿਲਕੁਲ ਚੇਂਜ ਹੋ ਗਿਆ। ਦੈਟ ਇਜ਼ ਮਾਈ ਟ੍ਰਿਬਿਊਟ ਟੂ ਐਲੋਪੈਥੀ। ਲੇਕਿਨ ਜਿੱਥੇ ਅਸੀਂ ਕਾਰਗਰ ਹਾਂ ਜਿਹੜੀ ਲਾਈਫ ਸਟਾਈਲ ਰਿਲੇਟਡ ਡਿਜ਼ੀਜ਼ ਹੈ, ਉੱਥੇ ਐਲੋਪੈਥੀ ਉੱਥੇ ਜਾ ਕੇ ਰੁਕ ਜਾਂਦੀ ਹੈ ਜੀ, ਉੱਥੇ ਸਾਡਾ ਰੋਲ ਸ਼ੁਰੂ ਹੁੰਦਾ ਹੈ। ਤਾਂ ਫਿਰ ਅਸੀਂ ਉਸ ਹਿਸਾਬ ਦਾ ਮਰੀਜ਼ ਕਹਿੰਦੇ ਨਾ ਕਿ ਇਹ ਜੜ ਤੋਂ ਜਿਹੜੀ ਹੈ ਬਿਮਾਰੀ ਨੂੰ ਨਿਕਾਲ ਦਿੰਦੇ ਆ। ਬਿਲਕੁਲ ਜੀ। ਤੇ ਕੀ ਲਾਈਫ ਸਟਾਈਲ, ਜਿਵੇਂ ਤੁਸੀਂ ਗੱਲ ਕੀਤੀ, ਤੇ ਲਾਈਫ ਸਟਾਈਲ 'ਚ ਕੀ ਆਪਾਂ ਨੂੰ ਚੇਂਜਿਸ ਚਾਹੀਦੀਆਂ ਨੇ ਕਿ ਆਪਾਂ ਹੈਲਦੀ ਰਹੀਏ? ਦੇਖੋ, ਲਾਈਫ ਸਟਾਈਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ 'ਚ ਮੁਸ਼ਤਰਕਾ ਤੌਰ 'ਤੇ ਕਈ ਚੀਜ਼ਾਂ ਆ ਜਾਂਦੀਆਂ, ਜਿਸ ਤਰ੍ਹਾਂ ਸਾਡਾ ਰਿਤੂ ਚਰਿਆ, ਮੌਸਮ ਦੇ ਹਿਸਾਬ ਨਾਲ ਅਸੀਂ ਰਹਿਣਾ, ਕਿਸ ਮੌਸਮ 'ਚ ਕਿਸ ਤਰ੍ਹਾਂ ਦਾ ਖਾਣਾ ਪੀਣਾ, ਦਿਨ ਚਰਿਆ ਸਾਡੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਜੋ ਵੀ ਕਾਰਜਕਲਾਪ ਕਰਦੇ ਹਾਂ ਉਹਦੀ ਰੈਗੂਲੇਸ਼ਨ, ਐਂਡ ਉਸ ਤੋਂ ਵੀ ਵੱਧ ਆ ਜਾਂਦਾ ਡਾਈਟ, ਸਾਡੀ ਜਿਹੜਾ ਭੋਜਨ ਹੈ। ਕਿਉਂਕਿ ਜੇ ਸਾਡੀ ਸਿਆਣਿਆਂ ਨੇ ਕਿਹਾ ਕਿ ਤੁਹਾਡੀ ਜਿਹੜੀ ਖੁਰਾਕ ਹੈ, ਭੋਜਨ ਹੈ, ਉਹੀ ਤੁਹਾਡੀ ਦਵਾਈ ਹੋਣੀ ਚਾਹੀਦੀ ਹੈ, ਔਰ ਤੁਹਾਡੀ ਦਵਾਈ ਤੁਹਾਡਾ ਭੋਜਨ ਹੀ ਹੈ। ਤੋ ਜੇ ਸਾਡੇ ਇਹ 3 ਚੀਜ਼ਾਂ ਠੀਕ ਹੈ, ਔਰ ਉਸ ਤੋਂ ਬਾਅਦ ਮੈਂ ਚੌਥੀ ਚੀਜ਼ ਜਿਹੜੀ ਮੈਂ ਜੋੜਾਂਗਾ, ਅੱਜ ਕੱਲ੍ਹ ਦੇ ਜ਼ਮਾਨੇ ਦੇ ਮੁਤਾਬਕ ਜਿੱਦਾਂ ਦਾ ਇਹ ਭਾਗ ਦੌੜ ਦੀ ਅੱਜ ਕੱਲ੍ਹ ਜ਼ਿੰਦਗੀ ਹੈ, ਦੈਟ ਇਜ਼ ਕਾਲਡ ਚਿੰਤਨ, ਯੂਅਰ ਥਾਟ ਪ੍ਰੋਸੈਸ। ਤੋ ਸਟ੍ਰੈਸ ਫੈਕਟਰ, ਹੋਰ ਤੁਹਾਡੇ ਪੋਜ਼ਿਟਿਵਿਟੀ, ਨੈਗੇਟਿਵਿਟੀ ਤੁਹਾਡੀ ਜਿਹੜੀ ਹੈ, ਇਹ ਸਭ ਚੀਜ਼ਾਂ ਮਿਲਾ ਜੁਲਾ ਕੇ ਇੱਕ ਲਾਈਫ ਸਟਾਈਲ ਬਣਦਾ ਹੈ। ਤੇ ਆਪਣੇ ਘਰ ਵਿੱਚ ਵੀ ਬਹੁਤ ਇਹਦੀ ਚੀਜ਼ਾਂ ਨੇ ਜਿਹੜੀ ਆਯੁਰਵੈਦਿਕ ਮਤਲਬ ਮੈਡੀਸਨ ਦੇ ਤੌਰ ਤੇ ਵੀ ਲੈ ਕੇ ਅਸੀਂ ਬਹੁਤ ਇਮਿਊਨ ਆਪਣੇ ਬਿਲਕੁਲ ਹੈ, ਕਿਉਂ ਨਹੀਂ ਹੈ? ਕਿਉਂਕਿ ਜਿਹੜਾ ਟ੍ਰੀਟਮੈਂਟ ਹੈ, ਅਸੀਂ ਇਹ ਮੰਨਦੇ ਹਾਂ ਕਿ ਸਾਡੀ ਕਿਚਨ ਸ਼ੈਲਫ ਤੋਂ ਸ਼ੁਰੂ ਹੋ ਜਾਂਦਾ ਹੈ। ਸਾਡੀਆਂ ਬਹੁਤ ਦਵਾਈਆਂ ਜਿਨ੍ਹਾਂ ਨੂੰ ਅਸੀਂ ਬੜੇ ਹਾਈ ਸਟੇਟਸ ਨਾਲ ਦਵਾਈ ਮੰਨਦੇ ਹਾਂ, ਉਹ ਸਾਡੇ ਕਿਚਨ ਸ਼ੈਲਫ 'ਚ ਪਈ ਹੁੰਦੀ ਹੈ। ਜੀਰਾ ਪਿਆ, ਸਾਡੇ ਸੁੰਡ ਪਈ ਹੈ, ਅਜਵਾਇਨ ਪਈ ਹੈ, ਸਾਡੇ ਹਲਦੀ ਪਈ ਹੈ। ਤਾਂ ਦੀਜ਼ ਆਰ ਦ ਬੇਸਿਕ ਥਿੰਗਸ ਜਿਹੜੀਆਂ ਸਾਡੇ ਵਾਤ ਪਿੱਤ ਕਫ ਦੇ ਦੋਸ਼ਾਂ ਨੂੰ ਠੀਕ ਕਰਦੀਆਂ। ਔਰ ਸਾਡੇ ਘਰ ਦੀ ਐਲਡਰਲੀ ਜਿਹੜੀ ਲੇਡੀਜ਼ ਸੀਗੀਆਂ, ਉਹਨਾਂ ਨੂੰ ਉਹਦੇ ਗੁਣ ਸਾਰੇ ਪਤਾ ਸੀਗੇ। ਹਲਦੀ ਨੂੰ ਆਪਾਂ ਦਾਲ ਸਬਜ਼ੀ ਕੋਈ ਉਹਨੂੰ ਰੰਗ ਦੇਣ ਲਈ ਨਹੀਂ ਪਾਉਂਦੇ, ਉਹ ਇੱਕ ਮੈਡੀਸਨਲ ਇਫੈਕਟ ਹੈ, ਉਹ ਪਤਲਾ ਰੱਖਦੀ ਹੈ, ਦਾਲਚੀਨੀ ਹੈ, ਲੌਂਗ ਹੈ, ਹਰ ਚੀਜ਼ ਦਾ ਆਪਣਾ ਪ੍ਰਭਾਵ ਹੈ। ਔਰ ਸਾਡੀ ਕੋਵਿਡ ਟਾਈਮ 'ਚ ਤਾਂ ਹੀ ਬਚੇ ਰਹੇ ਕਿ ਆਪਾਂ ਬਹੁਤ ਇਹ ਚੀਜ਼ਾਂ ਯੂਜ਼ ਕਰਦੇ। ਔਰ ਸਾਡੀ ਜਿਹੜੀ ਨੇਟਿਵ ਵਿਜ਼ਡਮ ਸੀ, ਜਿਹੜੀ ਸਾਡੀ ਪਰਿਵਾਰਿਕ ਜਿਹੜੀ ਸਾਡੀ ਇੱਕ ਬੁੱਧੀਮਤਾ ਸੀ, ਜਨਰੇਸ਼ਨ ਟੂ ਜਨਰੇਸ਼ਨ ਜਿਹੜੀ ਪਾਸ ਹੋਈ ਹੈ, ਉਹਨੇ ਸਾਨੂੰ ਬਹੁਤ ਬਚਾਇਆ। ਔਰ ਕੋਵਿਡ ਦੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਕੋਵਿਡ ਵੇਲੇ ਇਹੀ ਹੋ ਰਿਹਾ ਸੀਗਾ ਕਿ ਸਾਡੀ ਇਮਿਊਨ ਸਿਸਟਮ ਸੀਗਾ, ਉਹਨੂੰ ਸਟਰੋਂਗ ਕਰਨ ਵਾਸਤੇ ਅਸੀਂ ਗੱਲ ਕੀਤੀ ਉਸ ਵੇਲੇ। ਜਿਹੜੇ ਐਮਰਜੈਂਸੀ ਕੇਸਿਸ ਸੀਗੇ, ਅਨਫੋਰਚੂਨੇਟਲੀ ਜਿਨ੍ਹਾਂ 'ਚ ਬਹੁਤ ਸੀਰੀਅਸ ਕੋਈ ਹੈਪਨਿੰਗ ਹੁੰਦੀ ਸੀ, ਉੱਥੇ ਤਾਂ ਐਲੋਪੈਥੀ ਟ੍ਰੀਟਮੈਂਟ ਅਸੀਂ ਖੁਦ ਰੈਫਰ ਕਰ ਦਿੰਦੇ ਸੀਗੇ। ਲੇਕਿਨ ਇਨੀਸ਼ੀਅਲ ਸਟੇਜ 'ਚ ਅਸੀਂ ਬਹੁਤ ਮਰੀਜ਼ਾਂ ਨੂੰ ਦਵਾਈ ਦਿੱਤੀ ਹੈ, ਬਹੁਤ ਲੋਕਾਂ ਨੂੰ ਅੱਛਾ ਰਿਸਪੌਂਸ ਹੋਇਆ, ਔਰ ਇਸ ਤਰ੍ਹਾਂ ਦੇ ਕਾੜੇ, ਇਸ ਤਰ੍ਹਾਂ ਦੀਆਂ ਔਸ਼ਧੀਆਂ ਪਾ ਕੇ ਬਣਾਏ ਗਏ, ਜਿਹਦੇ ਨਾਲ ਪੇਸ਼ੈਂਟ ਨੂੰ ਬੜਾ ਅੱਛਾ ਅਸਰ ਹੋਇਆ, ਔਰ ਦੇ ਵਰ ਸੇਵਡ ਰਾਦਰ ਆਫਟਰ ਕੋਵਿਡ ਜਿਹੜੇ ਇਫੈਕਟਸ ਨੇ ਉਹਨਾਂ ਨੂੰ ਵੀ ਠੀਕ ਕਰਨ 'ਚ ਆਯੁਰਵੈਦਿਕ ਬਹੁਤ ਜ਼ਿਆਦਾ ਹੀ ਕਾਰਗਰ ਸਿੱਧ ਹੋ ਰਿਹਾ ਹੈ। ਬਿਲਕੁਲ ਕਿਉਂਕਿ ਕੋਵਿਡ ਜਿਹੜਾ ਸੀਗਾ, ਉਹਦਾ ਜਿਹੜਾ ਵਾਇਰਸ ਜੋ ਵੀ ਸੀਗਾ, ਉਹਦੇ ਸਰੀਰ ਤੇ ਬਹੁਯਾਮੀ ਪ੍ਰਭਾਵ ਹੁੰਦੇ ਸੀ। ਹੁਣ ਅੱਜ ਉਸ ਕੋਵਿਡ ਦੇ ਦੌਰ ਨੂੰ ਨਿਕਲਿਆ 2 ਸਾਲ ਹੋ ਚੁੱਕੇ ਆ, ਲੇਕਿਨ ਅਜੇ ਵੀ ਪੇਸ਼ੈਂਟ ਆ ਜਾਂਦੇ ਆ ਕਿ ਸਾਨੂੰ ਕੋਵਿਡ ਹੋਇਆ ਸੀ, ਕੋਵਿਡ ਤੋਂ ਬਾਅਦ ਸਾਨੂੰ ਆ ਬਿਮਾਰੀ ਚੱਲੀ ਆ ਰਹੀ ਹੈ, ਹਾਰਟ ਪ੍ਰੋਬਲਮਸ ਬਹੁਤ ਜ਼ਿਆਦਾ ਹੈ, ਹਾਰਟ ਪ੍ਰੋਬਲਮ ਹੋ ਰਹੀ ਹੈ, ਜਨਰਲ ਵੀਕਨੈਸ ਆਉਂਦੀ ਹੈ, ਨਿਊਰੋਲੋਜੀਕਲ ਡੈਫੀਸਿਟ, ਲੋਕਾਂ ਦੇ ਲੰਗਸ ਦੇ ਵਿੱਚ ਪ੍ਰੋਬਲਮਸ। ਤਾਂ ਕੋਈ ਆਰਗਨ ਐਸਾ ਬਚਿਆ ਨਹੀਂ ਜਿੱਥੇ ਕੋਵਿਡ ਦਾ ਬੈਡ ਇਫੈਕਟ ਨਾ ਹੋਇਆ। ਬਿਲਕੁਲ। ਤੇ ਜਿਵੇਂ ਪਹਿਲੇ ਵੀ ਤੁਸੀਂ ਦੱਸ ਰਹੇ ਸੀ, ਗੱਲ ਹੋ ਰਹੀ ਸੀਗੀ ਕਿ ਸਾਊਥ ਵਿੱਚ ਜਿਹੜੇ ਆ ਨਾ ਉਹ ਆਯੁਰਵੈਦਿਕ ਜਿਹੜੇ ਉਹ ਡਾਕਟਰਸ ਜਾਂ ਕਹਿ ਲਓ ਉਹ ਬਹੁਤ ਜ਼ਿਆਦਾ ਪ੍ਰਚਲਨ ਹੈ। ਰਾਦਰ ਪਿੱਛੇ ਮੈਨੂੰ ਵੀ ਸਾਊਥ 'ਚ ਜਾਣ ਦਾ ਮੌਕਾ ਮਿਲਿਆ ਬੜੀ ਵਾਰ, ਤਾਂ ਹਰ ਗਲੀ ਹਰ ਘਰ ਵਿੱਚ ਜਿਹੜਾ ਉਹ ਇੱਕ ਆਯੁਰਵੈਦਿਕ ਹਸਪੀਟਲ ਹੈ, ਔਰ ਲੋਕ ਫਸਟ ਜਿਹੜਾ ਜਿਵੇਂ ਆਪਾਂ ਕਹਿ ਲਓ ਐਲੋਪੈਥੀ ਵੱਲ ਜਾਂਦੇ ਆ ਤਾਂ ਉਹ ਆਯੁਰਵੈਦਿਕ ਵੱਲ ਜਾਂਦੇ ਆ। ਇਹ ਕਿਉਂ ਆਪਣੇ ਨਾਰਥ ਵਿੱਚ ਕਿਉਂ ਨਹੀਂ ਹੈ ਇਸ ਟਾਈਪ ਦਾ? ਜਦੋਂ ਆਯੁਰਵੇਦ ਦਾ ਪ੍ਰਚਾਰ ਪ੍ਰਸਾਰ ਜਾਂ ਉਥਾਨ ਹੋਇਆ, ਇਹ ਮੰਨਿਆ ਜਾਂਦਾ ਕਿ ਸਾਡੇ ਜਿਹੜੇ ਆਯੁਰਵੈਦਿਕ ਰਿਸ਼ੀ ਸੀਗੇ, ਉਹਨਾਂ ਦੀ ਪਹਿਲੀ ਜਿਹੜੀ ਕਾਨਫਰੰਸ ਦਾ ਸੰਭਾਸ਼ਾ ਪਰਿਸ਼ਦ ਸੀ, ਉਹ ਸ਼ਿਵਾਲਿਕ ਹਿਲਸ ਦੇ ਵਿੱਚ ਹੋਈ ਸੀਗੀ। ਪੰਜਾਬ ਦਾ ਇੰਨਾ ਯੋਗਦਾਨ ਹੈ। ਪੰਜਾਬ ਦੇ ਵਿੱਚ ਹੀ ਸਭ ਤੋਂ ਵੱਡੀ ਯੂਨੀਵਰਸਿਟੀ ਤਕਸ਼ਿਲਾ ਰਾਵਲਪਿੰਡੀ ਦੇ ਕੋਲ ਹੈ। ਮੈਨੂੰ ਇੱਕ ਵਾਰੀ ਉੱਥੇ ਜਾਣ ਦਾ ਮੌਕਾ ਮਿਲਿਆ ਕਿ ਡੈਲੀਗੇਸ਼ਨ 'ਚ ਮੈਂ ਗਿਆ ਸੀਗਾ, ਉਹ ਪੰਜਾਬ ਦੇ ਵਿੱਚ ਸੀਗੀ। ਔਰ ਦੇਸ਼ ਦਾ ਸਭ ਤੋਂ ਪਹਿਲਾ ਆਯੁਰਵੈਦਿਕ ਕਾਲਜ ਜਿਹੜਾ ਇੰਸਟੀਟਿਊਸ਼ਨਲਾਈਜ਼, ਜਿੱਥੇ ਆਯੁਰਵੈਦ ਦੀ ਐਜੂਕੇਸ਼ਨ ਹੁੰਦੀ ਸੀਗੀ, ਉਹ ਮਹਰਸ਼ੀ ਦਇਆਨੰਦ ਦੇ ਸ਼ਿਸ਼ਿਆਂ ਨੇ ਲਾਹੌਰ ਦੇ ਵਿੱਚ ਖੋਲ੍ਹਿਆ ਸੀਗਾ। ਤੋ ਗੁਰੂ ਸ਼ਿਸ਼ਯ ਪਰੰਪਰਾ ਲਈ ਆਯੁਰਵੇਦ ਸਿਖਾਉਣ ਵਾਸਤੇ ਪੰਜਾਬ 'ਚ ਹਜ਼ਾਰਾਂ ਦੀ ਗਿਣਤੀ 'ਚ ਗੁਰੂਕੁਲ ਚੱਲਦੇ ਸੀਗੇ। ਲੇਕਿਨ ਅਸੀਂ ਲੋਕ ਦੇਸ਼ ਦੇ ਉਸ ਹਿੱਸੇ 'ਚ ਜੀਓਗ੍ਰਾਫਿਕਲੀ ਬੈਠੇ ਸੀ ਜਿੱਥੇ ਸਾਡੇ 'ਤੇ ਅਟੈਕਸ ਹੁੰਦੇ ਰਹੇ, ਸਾਡੇ ਪੋਲੀਟੀਕਲ ਇੰਸਟੇਬਿਲਿਟੀ ਹੁੰਦੀ ਰਹੀ, ਔਰ ਇਸ ਤਰ੍ਹਾਂ ਦੇ ਕਈ ਕਾਰਨ ਸੀ ਜਿਹਦੇ ਨਾਲ ਇੱਥੇ ਸਾਡਾ ਜਿਹੜਾ ਆਯੁਰਵੇਦ ਦਾ ਗਿਆਨ ਸੀਗਾ ਉਹ ਬਾਧਿਤ ਹੋ ਗਿਆ।
ਬਟ ਹੁਣ ਲੋਕ ਜ਼ਿਆਦਾ ਅਟਰੈਕਟ ਹੋ ਰਿਹਾ। ਲੇਕਿਨ ਸਾਊਦਰਨ ਜਿਹੜੀਆਂ ਸਟੇਟ ਸੀਗੀਆਂ ਉੱਥੇ ਨੋ ਡਾਊਟ ਇਦਾਂ ਦੀਆਂ ਪ੍ਰੋਬਲਮਸ ਕਈ ਇਹਨਾਂ 'ਚੋਂ ਉੱਥੇ ਵੀ ਸੀਗੀਆਂ, ਲੇਕਿਨ ਇੱਕ ਆਪਣੇ ਬੇਸਿਕ ਰੂਟਸ ਨਾਲ ਉਹ ਲੋਕ ਜ਼ਿਆਦਾ ਡਿਵੋਟਿਡ ਰਹੇ ਔਰ ਉੱਥੇ ਉਸ ਤਰ੍ਹਾਂ ਦੇ ਕੰਮ ਚੱਲਦੇ ਰਹੇ, ਨਵੇਂ ਗ੍ਰੰਥ ਲਿਖੇ ਜਾਂਦੇ ਰਹੇ। ਉਸ ਤੋਂ ਬਾਅਦ ਵੀ ਜਿਹੜੇ ਸਾਡੇ ਕੇਰਲ ਵਾਲੇ ਹੈ, ਮਦਰਾਸ ਵਾਲੇ ਹੈ, ਤਮਿਲਨਾਡੂ ਵਾਲੇ, ਕਰਨਾਟਕ ਵਾਲੇ, ਈਵਨ ਮਹਾਰਾਸ਼ਟਰ ਤੱਕ ਉਹ ਲੋਕ ਆਯੁਰਵੇਦ 'ਚ ਇਨਪੁਟ ਦਿੰਦੇ ਰਹੇ ਔਰ ਇਸ ਚੀਜ਼ ਦਾ ਗੌਰਵ ਮਹਿਸੂਸ ਕਰਦੇ ਰਹੇ ਕਿ ਅਸੀਂ ਉਸ ਮਹਾਨ ਪਰੰਪਰਾ ਦੇ ਨਾਲ ਜੁੜੇ ਹੋਏ ਲੋਕ। ਪਰ ਜਿਵੇਂ ਸਾਊਥ 'ਚ ਦੇਖਿਆ ਨਾ ਕਿ ਹਰ ਜਿਹੜੀ ਮੈਡੀਸਨ ਹੈ ਉਹ ਪੂਰੀ ਪ੍ਰਿਸਕ੍ਰਿਪਸ਼ਨਸ ਨਾਲ ਹੈ ਔਰ ਈਵਨ ਰਿਟਨ ਹੈ ਜੋ ਵੀ ਉਹਨਾਂ ਦੇ ਵਿੱਚ ਮੈਡੀਸਨ ਨੇ ਜਾਂ ਇੰਗਰੀਡੀਐਂਟਸ ਨੇ, ਲੇਕਿਨ ਇੱਥੇ ਵੀ ਕਈ ਡਾਕਟਰ ਐ ਪ੍ਰੈਕਟਿਸ ਕਰਦੇ ਨੇ ਕਿ ਆਪਣੀ ਮੈਡੀਸਨ ਦੇ ਕੇ ਸ਼ਾਇਦ ਕਈ ਵਾਰੀ ਲੋਕਾਂ ਨੂੰ ਉਹਨਾਂ 'ਤੇ ਵੀ ਨਹੀਂ ਹੁੰਦਾ ਫੇਥ ਕਿ ਮੈਡੀਸਨ ਹੈ ਕੀ। ਇਹਦੇ ਕਈ ਆयाम ਹੈ, ਇਹਦੇ 'ਚ ਮੈਂ ਕੋਈ ਸਵੀਪਿੰਗ ਕਮੈਂਟ ਨਹੀਂ ਕਰ ਸਕਦਾ, ਕਿਉਂਕਿ ਇਹ ਵੀ ਮੰਨਿਆ ਜਾਂਦਾ ਕਿ ਜਿਹੜੇ ਵੈਦੇ ਆਪਣੇ ਹੱਥੀਂ ਆਪਣੀ ਦਵਾਈ ਬਣਾਉਂਦੇ ਸੀਗੇ ਉਹ ਦਵਾਈਆਂ ਜ਼ਿਆਦਾ ਕਾਰਗਰ ਹੁੰਦੀਆਂ ਸੀਗੀਆਂ ਬਜਾਏ ਕਿ ਕਮਰਸ਼ਲੀ ਤੁਸੀਂ ਖਰੀਦੋ। ਤੋ ਲੇਕਿਨ ਫਿਰ ਵੀ ਜੋ ਤੁਸੀਂ ਜਿਹੜਾ ਸਵਾਲ ਕੀਤਾ ਹੈਗਾ ਕਿ ਲਿਖ ਕੇ ਦੇਣਾ, ਟਰਾਂਸਪੇਰੈਂਸੀ ਦਾ ਹੁਣ ਯੁੱਗ ਹੈ, ਟਰਾਂਸਪੇਰੈਂਸੀ ਆਲਵੇਜ਼ ਮੈਟਰ। ਕਿਉਂਕਿ ਵਿੱਚ ਐਸਾ ਇੱਕ ਦੌਰ ਵੀ ਆਇਆ ਸੀ ਜਦੋਂ ਗਲਤ ਹੱਥਾਂ ਦੇ ਵਿੱਚ ਜਾਂ ਲੋਕ ਐਂਟਰ ਕਰ ਗਏ ਔਰ ਵਿੱਚ ਹੋਰ ਤਰੀਕੇ ਦੀ ਦਵਾਈਆਂ ਪਾਣੀ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਸਾਡੇ ਸਿਸਟਮ ਬੜਾ ਸੈਟਬੈਕ ਪਹੁੰਚਿਆ ਔਰ ਉਹ ਇੱਕ ਗਲਤ ਸ਼ੈਡੋ 'ਚ ਉਹਨੂੰ ਦੇਖਣ ਜਾਣ ਲੱਗ ਪਿਆ, ਉਹਨੂੰ ਨਜ਼ਰ ਨਾਲ ਦੇਖਿਆ ਗਿਆ। ਤੋ ਹੁਣ ਜਿਹੜਾ ਯੁੱਗ ਜਾ ਰਿਹਾ ਹੈਗਾ, ਹੁਣ ਟਰਾਂਸਪੇਰੈਂਸੀ ਦਾ ਯੁੱਗ ਹੈ। ਜੇ ਕੋਈ ਵੈਦੇ ਆਪਣੀ ਪ੍ਰਿਸਕ੍ਰਿਪਸ਼ਨ ਨੂੰ ਕਲੀਅਰ ਲਿਖਦਾ ਕਿ ਆਹ ਚੀਜ਼ ਇੰਨੇ ਮਿਲੀਗ੍ਰਾਮ, ਇੰਨੇ ਗ੍ਰਾਮ, ਇੰਨੇ ਭਰਾ ਕੇ ਤੁਸੀਂ ਡੋਜ਼ ਬਣਾ ਕੇ ਸ਼ਹਿਦ ਨਾਲ ਮਿਲਾ ਕੇ ਲੈ ਲਓ, ਆਈ ਥਿੰਕ ਦੈਟ ਇਜ਼ ਮੋਸਟ ਰਿਸਪੈਕਟੇਬਲ ਵੇ। ਔਰ ਉਹਦੇ ਨਾਲ ਪੇਸ਼ੈਂਟ ਦਾ ਵੈਦ ਦੇ ਉੱਤੇ ਵੀ ਔਰ ਸਿਸਟਮ ਦੇ ਉੱਤੇ ਵੀ ਉਹਦਾ ਵਿਸ਼ਵਾਸ ਜਿਹੜਾ ਹੈ ਉਹ ਬਣ ਜਾਂਦਾ ਹੈ। ਹਾਂਜੀ ਜੀ ਬਿਲਕੁਲ। ਤੇ ਵੈਸੇ ਵੀ ਜੇ ਜਿਵੇਂ ਲੋਕਾਂ ਤੋਂ ਵੀ ਸੁਣਨ ਨੂੰ ਮਿਲਦਾ ਹੈ ਕਿ ਆਯੁਰਵੈਦਿਕ ਥੋੜੀ ਮਹਿੰਗੀ ਹੁੰਦੀ ਹੈ ਮੈਡੀਸਨ, ਇਹ ਕੀ ਇਹਦੇ ਪਿੱਛੇ? ਦੇਖੋ ਮੈਂ ਵੀ ਮੰਨਦਾ ਕਿ ਮਹਿੰਗੀਆਂ ਹੈ। ਕੋਈ ਜ਼ਮਾਨਾ ਸੀ ਜਦੋਂ ਇਹਨੂੰ ਬੜੀ ਸਸਤੀ ਸਹਿਜ ਸੁਲਭ ਚਿਕਿਤਸਾ ਗਿਣਿਆ ਜਾਂਦਾ ਸੀਗਾ, ਲੇਕਿਨ ਤੁਸੀਂ ਹੁਣ ਖੁਦ ਦੇਖੋ ਜਿਹੜੀ ਛੋਟੀ ਇਲਾਇਚੀ ਦਾ ਬਾਜ਼ਾਰ ਕੀ ਰੇਟ ਹੈ, ਦਾਲਚੀਨੀ ਦਾ ਕੀ ਭਾਅ ਹੈ, ਸਿੰਪਲ ਸੌਂਫ ਦਾ ਕੀ ਰੇਟ ਹੈ, ਲਸਣ ਦਾ ਕੀ ਭਾਅ ਹੈ, ਜਿਹੜੇ ਆਪਣੇ ਕਿਚਨ ਸ਼ੈਲਫ 'ਤੇ ਪਾਉਣ ਵਾਲੀ ਚੀਜ਼ਾਂ ਹੈ। ਇਸ ਤੋਂ ਇਲਾਵਾ ਹੋਰ ਇੱਕ ਸਾਡੇ ਨਾਲ ਜਿਹੜੀ ਚੀਜ਼ ਬੜੀ ਮੁਸ਼ਕਿਲ ਚੀਜ਼ ਘਟੀ ਸਾਡੇ ਨਾਲ ਹੈ ਕਿ ਉਹ ਜਿਉਂ-ਜਿਉਂ ਸਾਡੇ ਵਸੋਂ ਵਾਲੇ ਇਲਾਕੇ ਵੱਧਦੇ ਰਹੇ, ਜੰਗਲ ਖਤਮ ਹੁੰਦੇ ਰਹੇ, ਜੰਗਲ ਕੱਟ ਗਏ ਤੇ ਹੁਣ ਇਸ ਵੇਲੇ ਅਸੀਂ ਦੇਸ਼ ਦੀ ਸਿਰਫ 15% ਤੋਂ 20% ਏਰੀਏ 'ਚ ਜਿਹੜੇ ਫੋਰੈਸਟ ਹੈਗੇ ਆ, ਤਾਂ ਜੜੀ ਬੂਟੀਆਂ ਦਾ ਮਿਲਣਾ ਉਹ ਕਠਿਨ ਹੁੰਦਾ ਰਿਹਾ। ਉਹਨਾਂ ਦੀ ਪ੍ਰੀਜ਼ਰਵੇਸ਼ਨ, ਉਹਨਾਂ ਦੀ ਸਾਇੰਟੀਫਿਕ, ਉਹਨਾਂ ਦੀ ਐਕਸਟ੍ਰੈਕਸ਼ਨ ਕਰਨਾ, ਇਹ ਸਾਰੀ ਚੀਜ਼ਾਂ ਬੜੀ ਕਠਿਨਾਈ ਦੇ ਦੌਰ 'ਚੋਂ ਨਿਕਲੇ ਆ। ਤਾਂ ਕੋਸਟ ਵਾਈਜ਼ ਵੀ ਮੈਂ ਇਹ ਮੰਨਦਾ ਕਿ ਬਿਮਾਰੀ ਦੀਆਂ ਸ਼੍ਰੇਣੀਆਂ ਔਰ ਜਿਹੜਾ ਮਰੀਜ਼ ਸਾਡੇ ਪਾਸ ਆਇਆ ਉਹਦਾ ਸਭ ਕੁਝ ਦੇਖ ਕੇ ਸੋਸ਼ੋ ਇਕਨੋਮਿਕ ਫੈਕਟਰ ਦੇਖ ਕੇ ਦਵਾਈ ਲਿਖਣੀ ਚਾਹੀਦੀ ਹੈ। ਹੁਣ ਜਿਹੜੀ ਗੋਲਡ ਕੰਪਾਊਂਡ ਮੈਡੀਸਨ ਅੱਜ ਕੱਲ੍ਹ ਬਾਜ਼ਾਰ 'ਚ ਆ ਰਹੀਆਂ, ਅੱਧੀ ਰੱਤੀ ਦੀ ਗੋਲੀ 200 ਰੁਪਏ ਦੀ ਆ ਰਹੀ ਹੈ, ਅੱਧੀ ਰੱਤੀ। ਵਾਕਈ ਗੋਲਡ ਹੁੰਦਾ ਵਿੱਚ? ਹਾਂ, ਟ੍ਰੇਸਿਸ ਆਫ ਗੋਲਡ ਹੁੰਦੇ ਆ। ਅੱਛੀ ਕੰਪਨੀਆਂ ਜਿਹੜੀਆਂ ਸਰਟੀਫਾਈਡ ਹੈ ਜਾਂ ਜਿਨ੍ਹਾਂ ਨੂੰ ਕੁਆਲਿਟੀ ਕੰਟਰੋਲ ਮਿਲਿਆ ਆ, ਉਹ ਡੈਫੀਨੇਟਲੀ ਹੁੰਦਾ। तो ਉਸ ਤੋਂ ਇਲਾਵਾ ਵੀ ਐਸੇ ਬਹੁਤ ਵੈਦੇ ਆ ਜਿਹੜੇ ਗੋਲਡ ਕੰਪਾਊਂਡ ਦਵਾਈਆਂ ਨਹੀਂ ਲਿਖਦੇ, ਉਹ ਵੀ ਮਰੀਜ਼ ਠੀਕ ਕਰਦੇ ਆ। ਜਿਹੜੇ ਲਿਖਦੇ ਆ ਉਹ ਵੀ ਠੀਕ ਕਰਦੇ ਆ। ਤਾਂ ਯੂ ਹੈਵ ਟੂ ਸੀ ਪਰਸਪੈਕਟਿਵ ਕਿ ਪੇਸ਼ੈਂਟ ਦੀ ਸੋਸ਼ੋ ਇਕਨੋਮਿਕ ਕੰਡੀਸ਼ਨ ਕੀ ਹੈ, ਉਹਦੀ ਬਿਮਾਰੀ ਦੀ ਕਰੋਨਿਸਿਟੀ ਕੀ ਹੈ, ਵੈਦਰ ਇਟ ਇਜ਼ ਨੀਡਿਡ ਔਰ ਨਾਟ ਨੀਡਿਡ। ਅਦਰਵਾਈਜ਼ ਆਪ ਤੁਸੀਂ ਇੱਕ ਸਧਾਰਨ ਦਵਾਈ ਦੇ ਕੇ ਵੀ ਪੇਸ਼ੈਂਟ ਠੀਕ ਕਰ ਸਕਦੇ ਹੋ, ਐਸੀ ਕੋਈ ਗੱਲ ਨਹੀਂ। ਬਿਲਕੁਲ। ਤੇ ਜਿੱਦਾਂ ਕਿ ਆਪਾਂ ਦੇਖੀਏ ਕਿ ਐਲੋਪੈਥਿਕ ਦੇ ਤਾਂ ਕਾਲਜਿਸ ਬਹੁਤ ਨੇ, ਮੈਡੀਕਲ ਕਾਲਜਿਸ ਨਾ, ਆਯੁਰਵੇਦਾ ਦੇ ਹੈਗੇ ਨੇ ਪਰ ਘੱਟ ਨੇ ਕੰਪੈਰੀਟਿਵਲੀ ਸਾਊਥ। ਇਹ ਕੀ ਹੋਣਾ ਚਾਹੀਦਾ ਕਿ ਆਪਣੇ ਵੱਧ ਤੋਂ ਵੱਧ ਜਿਹੜੇ ਆਯੁਰਵੈਦਿਕ ਡਾਕਟਰ ਬਣਨ? ਦੇਖੋ ਮੈਂ ਇਸ ਬਾਰੇ ਥੋੜ੍ਹਾ ਜਿਹਾ ਆਪਣੇ ਸਰੋਤਿਆਂ ਨੂੰ ਵੀ ਮੈਂ ਐਨਲਾਈਟਨ ਕਰ ਦਿੰਦਾ ਇਸ ਬਾਰੇ, ਉਹਨਾਂ ਨਾਲ ਸ਼ੇਅਰ ਕਰ ਰਹੇ ਹਾਂ। ਪੰਜਾਬ ਦੇ ਵਿੱਚ ਜਿਹੜੇ ਮੇਨ ਸਟ੍ਰੀਮ ਸਿਸਟਮ ਐਲੋਪੈਥੀ, ਸ਼ਾਇਦ ਉਹਦੇ 8-10 ਕਾਲਜ ਹੈ, ਲੇਕਿਨ ਤੁਸੀਂ ਹੈਰਾਨ ਹੋਵੋਗੇ ਆਯੁਰਵੇਦ ਦੇ 22 ਕਾਲਜ ਹੈ। ਓਕੇ, 22 ਕਾਲਜਸ। ਮੈਂ ਉਲਟ ਕਹਿੰਦਾ ਇਸ ਚੀਜ਼ ਨੂੰ, ਵੈਦਰ ਵੀ ਨੀਡ ਸੱਚ ਪਾਸ ਆਊਟਸ ਜਿਹੜੇ ਮੁੜ ਕੇ ਆ ਕੇ ਆਯੁਰਵੇਦ ਦੀ ਪ੍ਰੈਕਟਿਸ ਨਾ ਕਰਨ। ਅੱਛਾ, ਉਹ ਪ੍ਰੈਕਟਿਸ ਨਹੀਂ ਕਰਦੇ ਜਿਹੜੇ ਪਾਸ ਆਊਟ ਹੁੰਦੇ? ਕਈ ਚੀਜ਼ਾਂ 'ਚ ਲਾਅ ਵੱਲੋਂ ਇਸ ਤਰ੍ਹਾਂ ਦੀ ਖਾਮੀਆਂ ਹੈਗੀਆਂ ਕਿ ਤੁਸੀਂ ਐਲੋਪੈਥੀ ਵੀ ਕਰ ਸਕਦੇ ਹੋ, ਆਯੁਰਵੈਦਿਕ ਕਰ ਸਕਦੇ ਹੋ। ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ ਇਹਦੇ ਵਿੱਚ, ਮੈਂ ਇੱਕ ਪਾਲਿਸੀ ਪਲੈਨਿੰਗ ਦੇ ਹਿਸਾਬ ਦੇ ਨਾਲ ਮੈਂ ਗੱਲ ਕਰ ਰਿਹਾ। ਜੇ ਆਯੁਰਵੇਦ ਦੇ 22 ਕਾਲਜਸ ਹੈ, 22 ਕਾਲਜ 'ਚੋਂ ਅਸੀਂ ਹਰ ਸਾਲ ਮੰਨ ਲਓ
1500 ਜਾਂ 2000 ਅਸੀਂ ਸਟੂਡੈਂਟ ਹੀ ਕੱਢ ਲਈ ਅਸੀਂ, ਤਾਂ ਉਹਨਾਂ 'ਚ ਕਿੰਨੇ ਲੋਕ ਆਯੁਰਵੇਦ 'ਚ ਡਿਵੋਟਿਡ ਹੁੰਦੇ ਆ। ਇਸ ਹਿਸਾਬ ਨਾਲ ਤਾਂ ਸਾਡੇ ਆਯੁਰਵੇਦ ਦੇ ਡਾਕਟਰ ਬਹੁਤ ਹੋਣੇ ਚਾਹੀਦੇ ਸ਼ਹਿਰ ਦੇ ਵਿੱਚ, ਲੇਕਿਨ ਇਸ ਤਰ੍ਹਾਂ ਨਹੀਂ ਹੈ। ਤਾਂ ਦਿਸ ਇਜ਼ ਦਾ ਬੇਸਿਕ ਪ੍ਰੋਬਲਮ ਕਿ ਆਯੁਰਵੇਦ ਚਾਹੀਦਾ ਇਹ ਹੈ ਕਿ ਉਹੀ ਸਟੂਡੈਂਟ ਆਯੁਰਵੇਦ 'ਚ ਦਾਖਲਾ ਲਵੇ ਜਿਹਨੇ ਆਯੁਰਵੇਦ ਦੀ ਸੇਵਾ ਆਯੁਰਵੈਦਿਸਟ ਬਣ ਕੇ ਕਰਨੀ ਹੈ। ਕਈ ਤਾਂ ਇੱਕ ਸਟੈਂਪ ਲਗਾਉਣ ਲਈ ਆਪਣੇ ਅੱਗੇ ਨਹੀਂ ਤਾਂ ਫਿਰ ਡਾਕਟਰ ਕੋਈ ਫਾਇਦਾ ਨਹੀਂ। ਅਸੀਂ ਸਰਕਾਰ ਸਾਡੇ ਤੇ ਇਸ ਵੇਲੇ ਇੰਨਾ ਪੈਸਾ ਲਗਾ ਰਹੀ ਹੈ, ਪਿਛਲੇ ਖਾਸ ਤੌਰ 'ਤੇ ਜਿਹੜਾ 8-10 ਸਾਲ ਦਾ ਜਿਹੜਾ ਟਾਈਮ ਗਿਆ, ਔਰ ਤੁਸੀਂ ਹੈਰਾਨ ਹੋਵੋਗੇ ਕਿ ਆਯੁਰਵੇਦ ਦੇ ਏਮਸ ਖੁੱਲ੍ਹ ਰਹੇ ਆ, ਆਯੁਰਵੇਦ ਦੇ ਬੜੇ ਕਾਲਜ, ਬੜੀ ਇੰਸਟੀਟਿਊਸ਼ਨਸ, ਰਿਸਰਚ ਸੈਂਟਰ ਖੁੱਲ੍ਹ ਰਹੇ ਹੈਗੇ ਆ, ਔਰ ਦਿਨ ਪ੍ਰਤੀ ਦਿਨ ਸਾਡੀ ਜਿਹੜੀ ਆ ਹੋਰ ਇੰਸਟੀਟਿਊਸ਼ਨ ਜਾਂ ਰਿਸਰਚ ਇੰਨਾ ਕੁਛ ਲੈ ਕੇ ਆ ਰਹੀਆਂ ਹੈਗੀਆਂ। ਤਾਂ ਹਰ ਵੇਲੇ ਸਰਕਾਰਾਂ ਨੂੰ ਦੋਸ਼ ਦੇਣਾ ਕਿ ਇਹ ਨਹੀਂ ਕੀਤਾ, ਉਹ ਨਹੀਂ ਕੀਤਾ। ਸਾਡੇ ਕਾਲਜਸ ਦੇ ਜਿਹੜੇ ਡਿਸਪੈਂਸਰੀਆਂ ਵਾਲੇ ਸਾਡੇ ਡਾਕਟਰ ਆ, ਉਹਨਾਂ ਦੇ ਗ੍ਰੇਡਸ ਦੇਖੋ ਕਿੰਨੇ ਅੱਛੀ, ਤਨਖਾਹਾਂ ਕਿੰਨੀਆਂ ਮਿਲ ਰਹੀਆਂ ਹੈਗੀਆਂ, ਉਹਨਾਂ ਨੂੰ ਬਾਕੀ ਬੈਨੀਫਿਟ ਕਿੰਨੇ ਮਿਲ ਰਹੇ ਐਟ ਪਾਰ ਵਿਦ ਐਲੋਪੈਥੀ ਡਾਕਟਰਸ। ਤਾਂ ਅਸੀਂ ਹੁਣ ਵੀ ਜੇ ਦੋਸ਼ ਕਿਸੇ ਹੋਰ 'ਚ ਕੱਢਾਂਗੇ ਤਾਂ ਇਹ ਤਾਂ ਫਿਰ ਐਵੇਂ ਬਿਨਾਂ ਮਤਲਬ ਤੋਂ ਦੋਸ਼ਾਰੋਪਣ ਕਰਨ ਵਾਲੀ ਗੱਲ ਹੈ। ਬਿਲਕੁਲ ਠੀਕ ਗੱਲ ਹੈ। ਜਿਸ ਤਰ੍ਹਾਂ ਦਾ ਦੌਰ ਹੁਣ ਜਾ ਰਿਹਾ ਹੈ ਆਯੁਰਵੇਦ ਲਈ, ਜਿੰਨੀ ਜ਼ਿਆਦਾ ਅਵੇਅਰਨੈਸ ਇਹਦੀ ਹੋ ਰਹੀ ਹੈ, ਇਟ ਇਜ਼ ਦਾ ਬੈਸਟ ਟਾਈਮ ਫॉर ਐਨ ਆਯੁਰਵੇਦਿਸਟ ਟੂ ਪ੍ਰੂਵ ਹਿਜ਼ ਐਫੀਸ਼ੀਐਂਸੀ, ਐਬਿਲਿਟੀ ਐਂਡ ਅਸੈਪਟੈਂਸ। ਕਿਉਂਕਿ ਇਹ ਦੌਰ ਜੇ ਅਸੀਂ ਹੁਣ ਮਿਸ ਕਰਤਾ ਤੇ ਫਿਰ ਪਤਾ ਨਹੀਂ ਕਦੇ ਦੌਰ ਦੁਬਾਰਾ ਆਏਗਾ। ਹੁਣ ਸਾਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ ਔਰ ਅਸੀਂ ਕਿਤੇ ਹੋਰ ਦੇਖ ਰਹੀ ਹੋਈ ਹੈ। ਔਰ ਇਵਨ ਵੈਸਟਰਨ ਕੰਟਰੀਜ਼ ਵੀ ਇੱਧਰ ਅਟਰੈਕਟ ਹੋ ਰਹੀਆਂ ਨੇ। ਬਿਲਕੁਲ ਅਟਰੈਕਟ ਹੋ ਰਿਹਾ। ਮੈਂ ਆਲਮੋਸਟ ਦੁਨੀਆ ਦੇ ਬਹੁਤ ਮੁਲਕਾਂ 'ਚ ਘੁੰਮਿਆ, ਔਰ ਜਦ ਵੀ ਮੈਂ ਕਿਤੇ ਦੱਸਦਾ ਕਿ ਮੈਂ ਆਯੁਰਵੈਦਿਸਟ ਹਾਂ ਤਾਂ ਲੋਕਾਂ ਦਾ ਇੰਟਰਸਟ ਮਿਲਣ ਵਾਸਤੇ, ਐਕਸਪਲੋਰ ਕਰਨ ਵਾਸਤੇ, ਉਹਨਾਂ ਦੇ ਚਿਹਰੇ 'ਤੇ ਜਿਹੜੇ ਭਾਵ ਆਉਂਦੇ ਆ ਉਹ ਮੈਂ ਦੇਖ ਰਿਹਾ ਹੁੰਦਾ। ਇਟ ਗਿਵਸ ਯੂ ਏ ਗ੍ਰੇਟ ਜੋਏ ਟੂ ਸੀ ਸਚ ਥਿੰਗਸ। ਬਿਲਕੁਲ ਸਰ, ਇੱਕ ਤੁਸੀਂ ਗੁਰੂ ਸਿੱਖਿਆ ਪ੍ਰਣਾਲੀ ਦੀ ਵੀ ਗੱਲ ਕਰ ਰਹੇ ਸੀਗੇ, ਇਹ ਕੀ ਗਵਰਨਮੈਂਟ ਦੀ ਸਕੀਮ ਹੈ? ਮਿਨਿਸਟਰੀ ਆਫ ਆਯੁਸ਼ ਦੀ ਇੱਕ ਉਹਦੇ ਦੇ ਅੰਦਰ ਇੱਕ ਆਟੋਨੋਮਸ ਬਾਡੀ ਹੈ, ਉਹਨੂੰ ਕਹਿੰਦੇ ਹੈਗੇ ਆ ਰਾਸ਼ਟਰੀ ਆਯੁਰਵੇਦ ਵਿਦਿਆਪੀਠ। ਉਹ ਸਰਕਾਰ ਵੱਲੋਂ ਬਣਾਈ ਇੱਕ ਆਟੋਨੋਮਸ ਬਾਡੀ ਹੈ ਬਾਈ ਦ ਐਕਟ ਆਫ ਪਾਰਲੀਮੈਂਟ। ਉਹ ਸਰਕਾਰ ਦੀ ਇਹ ਸੋਚ ਸੀ ਕਿ ਜਿਹੜੇ ਅਸੀਂ ਸਟੂਡੈਂਟਸ ਕਾਲਜਸ 'ਚੋਂ ਆਯੁਰਵੈਦਿਕ ਨੂੰ ਪੜ੍ਹਾ ਕੇ ਭੇਜੀਦੇ ਹੈ, ਜਾਂ BMS GMS ਜੋ ਪਹਿਲੀ ਡਿਗਰੀ ਕਿਸੇ ਵੇਲੇ ਹੁੰਦੀ ਸੀਗੀ, ਜੋ ਵੀ ਉਹਨਾਂ ਦੀ ਪੜ੍ਹਾਈ ਔਰ ਉਹਨਾਂ ਦੀ ਪ੍ਰੈਕਟੀਕਲ ਕਲੀਨਿਕਲ ਜਿਹੜੀ ਨੌਲੇਜ ਹੈ ਆਯੁਰਵੇਦ ਦੇ ਹਵਾਲੇ ਤੋਂ, ਉਹਦੇ 'ਚ ਕਾਫੀ ਗੈਪ ਰਹਿ ਜਾਂਦਾ ਹੈ। ਓਕੇ, ਪੜ੍ਹਾਈ ਅਲੱਗ ਰਹੇਗੀ, ਆਪਣੇ ਆਪ ਨੂੰ ਇੱਕ ਵੈਦਿਆ ਬਣ ਕੇ ਆਯੁਰਵੇਦ ਦੀ ਸੇਵਾ ਕਰਨੀ, ਸਮਾਜ ਦੀ ਸੇਵਾ ਕਰਨੀ, ਥਿਓਰੀਟੀਕਲ ਨੌਲੇਜ ਔਰ ਪ੍ਰੈਕਟੀਕਲ, ਉਹਦੇ 'ਚ ਕਾਫੀ ਫਰਕ ਰਹਿ ਜਾਂਦਾ। ਓਕੇ, ਫਿਰ ਸਰਕਾਰ ਨੇ ਇੱਕ ਐਸੀ ਸਕੀਮ ਚਲਾਈ, ਉਹਨੂੰ ਕਹਿੰਦੇ ਕਿ ਗੁਰੂ ਸ਼ਿਸ਼ਯ ਪਰੰਪਰਾ। ਗਵਰਨਮੈਂਟ ਉੱਤੇ ਕਰੋੜਾਂ ਰੁਪਏ ਖਰਚ ਰਹੀ ਹੈ। ਉਹ 'ਚ ਕੀ ਹੁੰਦਾ ਕਿ ਉਹ ਆਲ ਇੰਡੀਆ ਟੈਸਟ ਕਰਦੇ ਆ, ਆਲ ਇੰਡੀਆ ਟੈਸਟ ਇਨਵਾਈਟ ਕਰਦੇ ਸਟੂਡੈਂਟਸ ਜਿਨ੍ਹਾਂ ਨੇ BMS ਕਰ ਲਈ ਹੈ, ਇਟਸ ਪੋਸਟ ਗ੍ਰੈਜੂਏਟ ਕੋਰਸ, ਅਤੇ ਉਹਦੇ ਵਿੱਚੋਂ ਫਿਰ ਸਟੂਡੈਂਟ ਨੂੰ ਸਿਲੈਕਟ ਕਰ ਲੈਂਦੇ ਆ ਕਿ ਹਾਂ ਇਹਨਾਂ ਦੇ ਨੰਬਰ ਜ਼ਿਆਦਾ ਆਏ ਆ। ਉਹ 'ਚ ਬਾਕੀ ਰਿਜ਼ਰਵੇਸ਼ਨ ਜੋ ਕਾਸਟ ਰਿਜ਼ਰਵੇਸ਼ਨ ਉਸ ਤਰ੍ਹਾਂ ਹੀ ਚੱਲਦੀ ਹੈ ਜਿੱਦਾਂ ਗਵਰਨਮੈਂਟ ਆਫ ਇੰਡੀਆ ਦਾ ਪੈਟਰਨ ਹੈ। ਅਤੇ ਉਹਨਾਂ ਨੇ ਦੇਸ਼ ਭਰ 'ਚ ਕੋਈ 65+ ਸੀਨੀਅਰ ਆਯੁਰਵੈਦਿਕ ਫਿਜ਼ੀਸ਼ੀਅਨ ਸਿਲੈਕਟ ਕੀਤੇ ਆ। ਉਹ ਸਿਲੈਕਟਡ ਸਟੂਡੈਂਟਸ ਨੂੰ ਉਹਨਾਂ ਫਿਰ ਵੈਦਿਆਂ ਕੋਲ ਜਿਹੜੇ ਪ੍ਰੈਕਟਿਸ ਕਰਦੇ ਆਯੁਰਵੈਦਿਕ, ਉਹਨਾਂ ਕੋਲ ਭੇਜਦੇ ਆ, ਔਰ ਉਹ 1 ਸਾਲ ਦੀ ਟ੍ਰੇਨਿੰਗ ਉਹਦੇ ਕੋਲ ਰਹਿ ਕੇ, ਗੁਰੂ ਕੋਲ ਰਹਿ ਕੇ ਕਰਨੀ ਹੈ। ਇਹ ਹਰਲੀ ਕੰਪਲਸਰੀ ਹੈ ਜਿਨ੍ਹਾਂ ਨੇ ਵੈਦਿਆਚਾਰਿਆ ਕਰਨੀ ਹੈ ਜਾਂ ਨਹੀਂ, ਇਟ ਇਜ਼ ਨਾਟ ਕੰਪਲਸਰੀ, ਇਟ ਇਜ਼ ਐਨ ਐਡਿਡ ਕੁਆਲੀਫਿਕੇਸ਼ਨ। ਔਰ ਜਿਹੜੇ ਸਟੂਡੈਂਟਸ ਨੇ ਇਹ ਕੋਰਸ ਕੀਤਾ ਹੁੰਦਾ ਗੁਰੂ ਸ਼ਿਸ਼ਯ ਪਰੰਪਰਾ ਦਾ, ਦੇ ਪ੍ਰੂਵ ਟੂ ਬੀ ਬੈਟਰ ਵੈਦਿਆਸ। ਓਕੇ ਜੀ, ਕਿਉਂਕਿ ਉਹਨਾਂ ਨੇ ਡਾਇਰੈਕਟ ਗੁਰੂ ਦੇ ਮੂੰਹੋਂ ਸੁਣੀਆਂ ਚੀਜ਼ਾਂ, ਸਾਹਮਣੇ ਪੇਸ਼ੈਂਟ ਪ੍ਰੈਕਟੀਕਲੀ ਦੇਖਿਆ, ਦਵਾਈਆਂ ਬਣਦੀਆਂ ਦੇਖੀਆਂ, ਦਵਾਈਆਂ ਆਪਣੇ ਹੱਥੀਂ ਬਣਾਈਆਂ, ਦਵਾਈਆਂ ਖੁਦ ਡਿਸਪੈਂਸ ਕੀਤੀਆਂ। ਤੋ ਦੇਖੋ ਜਿੰਨੀ ਵੀ ਮਾਡਰਨ ਮੈਡੀਸਨ ਐਡਵਾਂਸ ਹੋ ਰਹੀ ਹੈ, ਇੱਕ ਚੀਜ਼ ਅਸੀਂ ਲੂਜ਼ ਕਰ ਰਹੇ ਹਾਂ ਉਹਦੇ 'ਚ, ਦੈਟ ਇਜ਼ ਆਰਟ ਆਫ ਟੇਕਿੰਗ ਹਿਸਟਰੀ ਆਫ ਅ ਪੇਸ਼ੈਂਟ। ਕਿਉਂਕਿ ਸਭ ਤੋਂ ਕੋਲ ਟੈਕਨੋ ਮੈਡੀਸਨ ਹੋ ਗਿਆ, ਸਾਰਾ ਕੁਝ ਰਿਪੋਰਟਾਂ ਸਾਡੇ ਕੋਲ ਆ ਗਈਆਂ। ਪੇਸ਼ੈਂਟ ਨੂੰ ਸੁਣਨਾ, ਉਹਨੂੰ ਨਬਜ਼ ਪਕੜ ਕੇ ਉਹਦੇ ਅੰਦਰ ਉਤਰ ਜਾਣਾ, ਜਿਹੜਾ ਉਹ ਭਾਵ ਜਿਹੜਾ ਸੀਗਾ ਸਾਡਾ, ਉਹ ਦੈਟ ਇਜ਼ ਬੀਇੰਗ ਲੋਸਟ। ਤੋ ਇਹ ਜਿਹੜੀ ਗੁਰੂ ਸ਼ਿਸ਼ਯ ਪਰੰਪਰਾ ਹੈ, ਇਹ ਏਂਸ਼ੀਐਂਟ ਉਸ ਆਯੁਰਵੈਦਿਕ ਕਨਸੈਪਟ ਨੂੰ ਜ਼ਿੰਦਾ ਰੱਖਿਆ ਕਿ ਹਾਂ ਜੋ ਤੁਹਾਡੇ ਗੁਰੂ ਜੀ ਤੁਹਾਡੀ ਦਵਾਈਆਂ ਦੇ ਰਹੇ ਆ, ਉਹਨਾਂ ਕੋਲ ਜੋ ਉਹਨਾਂ ਦੀ ਟ੍ਰੇਨਿੰਗ 'ਚ, ਉਹਨਾਂ ਦੀ ਐਕਸਪੀਰੀਅੰਸ, ਸਾਲਾਂ ਦੇ ਐਕਸਪੀਰੀਅੰਸ, ਉਹਨਾਂ ਦੀ ਚੀਜ਼ਾਂ ਆਈਆਂ, ਤੁਸੀਂ ਉਹਨਾਂ ਨੂੰ ਸਿੱਖੋ, ਉਹਨਾਂ ਨੂੰ ਆਪਣੀ ਪ੍ਰੈਕਟਿਸ 'ਚ ਕੱਲ੍ਹ ਤੁਸੀਂ ਜ਼ਿੰਦਗੀ ਸੈਟਲ ਹੁੰਦੀ ਆ ਉਹਨਾਂ ਨੂੰ ਵਰਤੋ,
ਤੇ ਵਕਤ ਦੇ ਨਾਲ ਉਹੀ ਵੈਦ ਫਿਰ ਦੁਬਾਰਾ ਉਮਰ ਦੇ ਨਾਲ ਗੁਰੂ ਬਣ ਜਾਂਦੇ ਆ, ਤੋਂ ਪੁਰਾਣੇ ਪੱਤੇ ਝੜਦੇ ਆ, ਨਵੇਂ ਆਉਂਦੇ ਆ, ਤੋਂ ਇਹ ਪਰੰਪਰਾ ਸ਼੍ਰਿੰਖਲਾ ਲੰਬਾ ਟਾਈਮ ਤੇ ਪ੍ਰੈਕਟਿਸ ਚਾਹੀਦੀ ਹੁੰਦੀ ਹੈ। ਤੋਂ ਮੈਂ ਪਿਛਲੇ 12-15 ਸਾਲ ਤੋਂ ਗੁਰੂ ਸ਼ਿਸ਼ਯ ਪਰੰਪਰਾ ਦੇ ਵਿੱਚ ਮੈਂ ਬਤੌਰ ਗੁਰੂ ਸਟੂਡੈਂਟਸ ਨੂੰ ਟ੍ਰੇਨ ਕਰਦਾ, ਤੇ ਹਰ ਸਾਲ ਸਰਕਾਰ ਮੇਰੇ ਕੋਲ 2 ਸਟੂਡੈਂਟ ਭੇਜਦੀ ਹੈ। ਔਰ ਮੈਨੂੰ ਇਸ ਚੀਜ਼ ਦਾ ਮੈਂ ਬੜੀ ਵਿਨਮਰਤਾ ਨਾਲ ਮੈਂ ਇਸ ਚੀਜ਼ ਕਹਿੰਦਾ ਕਿ ਮੇਰੇ ਪੜ੍ਹਾਏ ਹੋਏ ਜਿਹੜੇ ਸਟੂਡੈਂਟ ਹੈਗੇ ਆ ਉਹ ਇਸ ਵੇਲੇ ਬੜੀ ਅੱਛੀ ਪ੍ਰੈਕਟਿਸ ਕਰ ਰਹੇ ਆ, ਅੱਛੇ ਹਿਸਾਬ ਨਾਲ ਆਯੁਰਵੇਦ ਦੀ ਸੇਵਾ ਕਰ ਰਹੇ। ਮੈਨੂੰ ਇਸ ਚੀਜ਼ ਦਾ ਸੰਤੋਸ਼ ਔਰ ਸਬਰ ਵੀ ਹੁੰਦਾ। ਚਲੋ ਬਹੁਤ ਵਧੀਆ, ਔਰ ਸਾਨੂੰ ਵੀ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਮੈਂ ਆਪਣੇ ਦਰਸ਼ਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਦੇਖੋ, ਜੇ ਇੱਕ ਬੰਦਾ ਕੋਈ ਸਵਸਥ ਹੈ ਤਾਂ ਸਭ ਤੋਂ ਪਹਿਲੇ ਪਰਿਵਾਰ ਦੀ ਇੱਕ ਕੜੀ ਜਿਹੜੀ ਹੈ, ਇੱਕ ਸਦੱਸਯ ਜਿਹੜਾ ਸਵਸਥ ਹੈ, ਉਸ ਤੋਂ ਬਾਅਦ ਪਰਿਵਾਰ ਸਵਸਥ ਹੋਏਗਾ, ਸਮਾਜ ਸਵਸਥ ਹੋਏਗਾ, ਦੇਸ਼ ਸਵਸਥ ਹੋਏਗਾ। ਕਿਉਂਕਿ ਅੱਜ ਕੱਲ੍ਹ ਹਸਪੀਟਲ ਦਾ ਇੱਕ ਚੱਕਰ ਲੱਗਣਾ, ਪ੍ਰਮਾਤਮਾ ਨਾ ਕਰੇ ਕਿਸੇ ਨੂੰ ਇਸ ਤਰ੍ਹਾਂ ਕੋ ਆਉਂਦਾ ਹੈ, 2-3 ਲੱਖ 4 ਲੱਖ ਰੁਪਏ ਦਾ ਮਾਮੂਲੀ ਬਾਤ ਹੈ, ਬੰਦਾ ਇਸੇ ਵਿੱਚ ਆ ਜਾਂਦਾ ਹੈ। ਜੇ ਅਸੀਂ ਆਪਣੀ ਡਾਈਟ ਨੂੰ, ਆਪਣੇ ਲਾਈਫ ਸਟਾਈਲ ਨੂੰ, ਆਪਣੇ ਚਿੰਤਨ ਨੂੰ, ਕਿਉਂਕਿ ਸਾਡਾ ਜਿਹੜਾ ਅਪਰੋਚ ਹੈ ਆਯੁਰਵੇਦ ਦੀ, ਮੋਰ ਇਟ ਇਜ਼ ਪ੍ਰੀਵੈਂਟਿਵ, ਕਿ ਇਸ ਤਰ੍ਹਾਂ ਦੀ ਜੀਵਨ ਸ਼ੈਲੀ ਤੁਸੀਂ ਬਤੀਤ ਕਰੋ ਜਿਹਦੇ ਨਾਲ ਬਿਮਾਰੀ ਤੁਹਾਨੂੰ ਨਾ ਹੋਵੇ। ਬਿਮਾਰ ਦਾ ਮਰੀਜ਼ ਦਾ ਤਾਂ ਅਸੀਂ ਇਲਾਜ ਕਰਨਾ ਹੀ ਕਰਨਾ ਹੈ, ਲੇਕਿਨ ਸਵਸਥ ਸੇ ਸਵਾਸਥ ਰਕਸ਼ਣ, ਪਹਿਲੀ ਜਿਹੜੀ ਸ਼ਲੋਕ ਲਾਈਨ ਆਉਂਦੀ ਹੈ ਕਿ ਸਵਸਥ ਆਦਮੀ ਦੇ ਸਵਾਸਥ ਦੀ ਰੱਖਿਆ ਕਰਨੀ, ਆਤੁਰ ਸੇ ਵਿਕਾਰ ਪ੍ਰਸ਼ਮਨਮ ਚ, ਕਿ ਜਿਹੜਾ ਰੋਗੀ ਆ ਉਹਦਾ ਰੋਗ ਦੂਰ ਕਰਨਾ। ਤਾਂ ਇਹ ਵੈਦਿਆ ਦਾ ਕਰਤੱਵ ਹੈ। ਤਾਂ ਹਰ ਆਦਮੀ ਨੂੰ ਦੁਨੀਆ ਦਾ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਵਸਥ ਰੱਖਣ ਦਾ ਪ੍ਰਯਤਨ ਕਰਨਾ ਚਾਹੀਦਾ ਹੈ। ਕਿਉਂਕਿ ਜੋ ਦੁਨਿਆਵੀ ਬਾਕੀ ਚੀਜ਼ ਹੈ, ਮੰਨ ਲਓ ਮੈਂ ਬਹੁਤ ਵੱਡੀ ਕੋਠੀ ਬਣਾਉਣਾ ਹੈ, ਮੇਰੇ ਅੱਗੇ 1000 ਗਜ ਦਾ ਲੌਨ ਹੈ, ਮੇਰੇ ਘੁੱਟਣੇ ਦੁਖਦੇ ਆ, ਮੈਂ ਸੈਰ ਨਹੀਂ ਕਰ ਸਕਦਾ, ਤਾਂ ਮੈਨੂੰ ਫਾਇਦਾ ਕੀ ਉਸ ਚੀਜ਼ ਦਾ? ਮੈਂ ਘਰ ਦੇ ਵਿੱਚ ਸੁੱਖ ਸੁਵਿਧਾਵਾਂ ਬਹੁਤ ਰੱਖੀਆਂ, ਨਵੇਂ ਬੈੱਡ ਬਣਾਏ ਆ, ਨਵੀਆਂ ਲਾਈਟਾਂ ਲਗਾਈਆਂ, ਮੈਂ ਰਾਤ ਨੂੰ ਬਗੈਰ ਦਵਾਈ ਖਾਦਿਆਂ ਸੌ ਹੀ ਨਹੀਂ ਸਕਦਾ, ਉਹ ਬੈੱਡ ਤੋਂ ਮੈਂ ਕੀ ਲੈਣਾ? ਤਾਂ ਹੀ ਤਾਂ ਕਹਿੰਦੇ ਸਿਹਤ ਗਈ ਤਾਂ ਜਹਾਨ ਗਿਆ। ਹਾਂ ਜੀ। ਤਾਂ ਤੁਹਾਡੀ ਜਿਹੜੀ ਸਿਹਤ ਹੈ ਸਭ ਤੋਂ ਪਹਿਲਾਂ, ਇਹ ਸਭ ਤੋਂ ਬੜਾ ਇੰਪੋਰਟੈਂਟ ਤੁਹਾਡਾ ਧਨ ਹੈ। ਫਿਰ ਉਸ ਤੋਂ ਬਾਅਦ ਤੁਸੀਂ ਪੈਸਾ ਵੀ ਕਮਾ ਸਕਦੇ ਹੋ, ਲਾਈਫ ਇੰਜੋਏ ਵੀ ਕਰ ਸਕਦੇ ਹੋ, ਭਜਨ ਕੀਰਤਨ ਵੀ ਕਰ ਸਕਦੇ ਹੋ, ਦੂਸਰੀ ਦੁਨੀਆ ਦੀ ਜਿਹੜੀ ਸਾਡੀ ਅਗਲਾ ਤੁਹਾਡਾ ਮੋਕਸ਼ ਦੀ ਪ੍ਰਵਿਰਤੀ, ਉਹਨੂੰ ਵੀ ਸੋਚ ਸਕਦੇ ਹਾਂ। ਲੇਕਿਨ ਜੇ ਸਿਹਤ ਹੀ ਨਹੀਂ ਹੈ, ਬਾਕੀ ਸਭ ਕੁਝ ਚੀਜ਼ਾਂ ਵਿਅਰਥ ਨੇ। ਬਿਲਕੁਲ ਜੀ, ਜੇ ਸਿਹਤ ਹੈ ਤਾਂ ਸਭ ਕੁਝ ਹੈ, ਤੁਸੀਂ ਸਭ ਕੁਝ ਕਮਾ ਸਕਦੇ ਹੋ। ਤੇ ਸਿਹਤ ਮਿਲੇਗੀ ਤੁਹਾਡੇ ਲਾਈਫ ਸਟਾਈਲ ਇੰਪਰੂਵ ਕਰਨ ਨਾਲ, ਐਕਸਰਸਾਈਜ਼ ਕਰਨ ਨਾਲ, ਹੈਲਦੀ ਖਾਣ ਨਾਲ। ਡਾਕਟਰ ਸਾਹਿਬ, ਤੁਸੀਂ ਦਰਸ਼ਕਾਂ ਦੇ ਰੂਬਰੂ ਹੋਏ, ਦਰਸ਼ਕਾਂ ਨੂੰ ਬੜੀ ਵਧੀਆ ਜਾਣਕਾਰੀ ਦਿੱਤੀ, ਔਰ ਆਯੁਰਵੈਦਿਕ ਦੀ ਸਾਨੂੰ ਬੜੀ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।